ਸ੍ਰੋਣਤ ਬਿੰਦ ਪੈ ਦੈਂਤ ਇੱਕ ਗਇਓ ਕਰ ਅਰਦਾਸ। ਰਕਤ ਬੀਜ ਕੋਲ ਜਾ ਕੇ ਇੱਕ ਦੈਂਤ ਨੇ ਬੇਨਤੀ ਕੀਤੀ ਕਿ ਰਾਜ ਬੁਲਾਵਤ ਸਭਾ ਮੈਂ ਬੇਗ ਚਲੋ ਤਹਿ ਪਾਸ। ਰਾਜਾ ਸੁੰਭ ਸਭਾ ਵਿੱਚ ਬੁਲਾਉਂਦਾ ਹੈ, ਤੁਸੀਂ ਜਲਦੀ ਹੀ ਉਸ ਕੋਲ ਚਲੋ। ਰਕਤ ਬੀਜ ਨ੍ਰਿਪ ਸੁੰਭ ਕੋ ਕੀਨੋ ਆਨ ਪ੍ਰਣਾਮ। ਰਕਤ ਬੀਜ ਨੇ ਰਾਜੇ ਸੁੰਭ ਨੂੰ ਆ ਕੇ ਪ੍ਰਣਾਮ ਕੀਤਾ। ਅਸੁਰ ਸਭਾ ਮਧ ਪਾਉ ਕਰ ਕਹਿਓ ਕਰੋ ਮਮ ਕਾਮ। ਦੈਂਤਾਂ ਦੀ ਸਭਾ ਵਿੱਚ ਸੱਜੇ ਬੈਠੇ ਰਾਜੇ ਨੇ ਪ੍ਰੇਮ ਪੂਰਵਕ ਕਿਹਾ ਕਿ ਮੇਰਾ ਇੱਕ ਕੰਮ ਕਰੋ। ਸਵਈਆ। ਸੁਣੌਤ ਬਿੰਦ ਕੋ ਸੁੰਭ ਨਿਸੁੰਭ ਬੁਲਾਏ ਬਿਠਾਈ ਕੇ ਆਦਰ ਕੀਨੋ। ਰਕਤ ਬੀਜ ਨੂੰ ਬੁਲਾ ਕੇ ਸੁੰਭ ਨਿਸੁੰਭ ਨੇ ਆਦਰ ਸਹਿਤ ਬਿਠਾਇਆ। ਦੈ ਸਿਰਤਾਜ ਬੜੇ ਗਜਰਾਜ ਸੋ ਬਾਜ ਦੇ ਰਿਝਵਾਏ ਕੈ ਲੀਨੋ। ਅਤੇ ਸਿਰ ਉੱਤੇ ਧਾਰਨ ਕਰਨ ਲਈ ਮੁਕਟ ਵੱਡੇ ਹਾਥੀ ਅਤੇ ਘੋੜੇ ਦਿੱਤੇ, ਜਿਨ੍ਹਾਂ ਨੂੰ ਦੈਂਤ ਨੇ ਪ੍ਰਸੰਨਤਾ ਪੂਰਵਕ ਗ੍ਰਹਿਣ ਕਰ ਲਿਆ। ਪਾਨ ਲੈ ਦੈਤ ਕਹੇ ਇਹ ਚੰਡ ਕੋ ਰੁੰਡ ਕਰੋ ਅਬ ਮੁੰਡ ਬਿਹੀਨੋ। ਰਾਜੇ ਕੋਲੋਂ ਪਾਨ ਦਾ ਬੀੜਾ ਲੈ ਕੇ ਦੈਂਤ ਰਕਤ ਬੀਜ ਨੇ ਕਿਹਾ ਕਿ ਚੰਡੀ ਦੇ ਧੜ ਨਾਲੋਂ ਹੁਣੇ ਸਿਰ ਵੱਖਰਾ ਕਰ ਦਿੰਦਾ ਹਾਂ। ਐਸੇ ਕਹਿਓ ਤਿਨ ਮਧ ਸਭਾ ਨਿਰਪਰੀਜ ਕੈ ਮੇਘ ਅਡੰਬਰ ਦੀਨੋ। ਜਦੋਂ ਉਸ ਨੇ ਇਸ ਤਰ੍ਹਾਂ ਸਭਾ ਵਿੱਚ ਕਿਹਾ ਤਾਂ ਰਾਜੇ ਨੇ ਪ੍ਰਸੰਨ ਹੋ ਕੇ ਛਤਰੀ ਵਾਲੀ ਅੰਬਾਰੀ ਮੇਘ ਅਡੰਬਰ ਬਖਸ਼ ਦਿੱਤੀ। ਸ੍ਰੋਣਤ ਬਿੰਦ ਕੋ ਸੁੰਭ ਨਿਸੁੰਭ ਕਹਿਓ ਤੁਮ ਜਾਹ ਮਹਾਦਲ ਕੇ ਲੈ ਕੇ। ਸ੍ਰੋਣਤ ਬਿੰਦ ਕੋ ਸੁੰਭ ਨਿਸੁੰਭ ਕਹਿਓ ਤੁਮ ਜਾਹੋ ਮਹਾਦਲ ਲੈ ਕੇ। ਸੁੰਭ ਅਤੇ ਨਿਸੁੰਭ ਨੇ ਰਕਤ ਬੀਜ ਨੂੰ ਕਿਹਾ ਕਿ ਤੁਸੀਂ ਬਹੁਤ ਸਾਰੀ ਫੌਜ ਲੈ ਕੇ ਜਾਓ। ਛਾਰ ਕਰੋ ਗਰੂਏ ਗਿਰ ਰਾਜਹੀ ਚੰਡ ਪਚਾਰ ਹਨੋ ਬਲ ਕਹਿ ਕੈ। ਅਤੇ ਇਸ ਵੱਡੇ ਪਰਬਤ ਉੱਤੇ ਚੰਡੀ ਬੈਠੀ ਹੈ, ਉਸ ਨੂੰ ਮਿੱਟੀ ਕਰ ਦਿਓ ਅਤੇ ਬਲਪੂਰਵਕ ਚੰਡੀ ਨੂੰ ਲਲਕਾਰ ਕੇ ਮਾਰ ਦਿਓ। ਕਾਨਨ ਮੈਂ ਨਿਰਪ ਕੀ ਸੁਨ ਬਾਤ ਸਾਤ ਚਲਿਓ ਚੜ ਉੱਪਰ ਗੈ ਕੈ। ਕੰਨਾਂ ਨਾਲ ਰਾਜੇ ਸੁੰਭ ਦੀ ਗੱਲ ਸੁਣ ਕੇ ਰਕਤ ਬੀਜ ਗੁੱਸੇ ਨਾਲ ਭਰਿਆ ਹਾਥੀ ਉੱਤੇ ਚੜ੍ਹ ਕੇ ਤੁਰ ਪਿਆ। ਮਾਨੋ ਪ੍ਰਤੱਛ ਹੋਈ ਅੰਤਿਕ ਦੰਤ ਕੋ ਲੈ ਕੇ ਚਲਿਓ ਰਨ ਹੇਤ ਜੂ ਛੈਕੈ। ਮਾਨੋ ਜਮਰਾਜ ਅੰਤਕ ਰੂਪ ਹਾਥੀ ਪ੍ਰਗਟ ਹੋ ਕੇ ਦੈਂਤ ਜੋ ਕਿ ਰਕਤ ਬੀਜ ਹੈ ਉਹਨੂੰ ਨਸ਼ਟ ਕਰਨ ਲਈ ਰਣਭੂਮੀ ਨੂੰ ਚੱਲਿਆ ਹੋਵੇ। ਬੀਜ ਰਕਤ ਸੂ ਬੰਬ ਬਜਾਏ ਕੇ ਆਗੇ ਕੀਏ ਗਜਬਾਜ ਰਥਈਆ। ਰਕਤ ਬੀਜ ਨੇ ਨਗਾਰਾ ਵਜਾ ਕੇ ਹਾਥੀਆਂ, ਘੋੜਿਆਂ ਅਤੇ ਰਥਾਂ ਨੂੰ ਅੱਗੇ ਕੀਤਾ। ਏਕ ਤੇ ਏਕ ਮਹਾਬਲ ਦਾਨਵ ਮੇਰ ਕੋ ਪਾਇਨ ਸਾਥ ਮਥੀਨਾ। ਉਹ ਦੈਂਤ ਇੱਕ ਤੋਂ ਇੱਕ ਵੱਧ ਕੇ ਬਲਵਾਨ ਸਨ, ਜੋ ਪੈਰਾਂ ਨਾਲ ਸੁਮੇਰ ਪਰਬਤ ਨੂੰ ਮਿਧ ਸਕਦੇ ਸਨ। ਦੇਖ ਤਿਨੇ ਸੁਭ ਅੰਗ ਸੁ ਦੀਰਘ ਕਉਚ ਸਜੇ ਕਟ ਬਾਦ ਪਥਈਆ। ਦੇਖ ਤਿਨੇ ਸੁਭ ਅੰਗ ਸੁ ਦੀਰਘ ਕਉਚ ਸਜੇ ਕਟ ਬਾਦ ਪਥਈਆ। ਉਹਨਾਂ ਦੇ ਸੋਹਣੇ ਅਤੇ ਵੱਡੇ ਸਰੀਰਾਂ ਨੂੰ ਵੇਖੋ, ਜਿਨ੍ਹਾਂ ਉੱਤੇ ਕਵਚ ਪਾਏ ਹੋਏ ਹਨ ਅਤੇ ਲੱਕ ਨਾਲ ਭੱਥੇ ਬੰਨੇ ਹੋਏ ਹਨ। ਲੀਨੇ ਕਮਾਨਨ ਬਾਨ ਕਿਰਪਾਨ ਸਮਾਨ ਕੈ ਸਾਥ ਲਏ ਜੋ ਸਥਈਆ। ਅਤੇ ਜਿਨ੍ਹਾਂ ਨੇ ਕਮਾਨਾਂ, ਬਾਣ ਅਤੇ ਕਿਰਪਾਨਾਂ ਆਦਿ ਚੰਗੀ ਸਮਾਨ ਲਿਆ ਹੋਈਆਂ ਹੈ, ਅਜਿਹੇ ਬਲਵਾਨ ਸਾਥੀਆਂ ਨੂੰ ਉਹ ਨਾਲ ਲੈ ਕੇ ਜਾ ਰਿਹਾ ਹੈ।
दोहरा। रकत बीज दल साज के उतरे तट गिर राज। रक्त बीज ने फौज ਨੂੰ ਹੱਥ ਪੱਖੋਂ ਤਿਆਰ ਕਰਕੇ ਸੁਮੇਰ ਪਰਬਤ ਕੋਲ ਜਾ ਕੇ ਡੇਰਾ ਕੀਤਾ। श्रवण कुलाहल सुन सिवा ਕਰਿਓ ਜੁੱਧ ਕੋ ਸਾਜ। ਦੂਜੇ ਪਾਸੇ ਚੰਡੀ ਨੇ ਦੈਂਤਾਂ ਦੀ ਆਮਦ ਦਾ ਰੌਲਾ ਸੁਣ ਕੇ ਯੁੱਧ ਲਈ ਤਿਆਰੀ ਕੀਤੀ। ਸੋਰਠ। ਹੋਏ ਸਿੰਘੀ ਅਸਵਾਰ ਗਾਜ ਗਾਜ ਕੇ ਚੰਡਿਕਾ। ਬਿਜਲੀ ਵਾਂਗ ਕੜਕਦੀ ਹੋਈ ਚੰਡੀ ਸ਼ੇਰ ਉੱਤੇ ਸਵਾਰ ਹੋ ਕੇ ਚਲੀ ਪ੍ਰਬਲ ਅਸਤਾਰ ਰਕਤ ਬੀਜ ਕੇ ਬਦ ਨਮਿਤ ਅਤੇ ਤਲਵਾਰ ਧਾਰਨ ਕਰਕੇ ਰਕਤ ਬੀਜ ਨੂੰ ਮਾਰਨ ਲਈ ਚੱਲ ਪਈ। ਸਵਈਆ। आवत देख के चंड प्रचंड को श्रोण तबिंद महा हरखियो है। प्रचंड चंडी ਨੂੰ ਆਉਂਦਾ ਵੇਖ ਕੇ ਰਕਤ ਬੀਜ ਬਹੁਤ ਪ੍ਰਸੰਨ ਹੋਇਆ। आगे हुए सत्र तसे रन मद सो क्रुद्ध के जुद ही को सरखियो है। ਅਤੇ ਅੱਗੇ ਹੋ ਕੇ ਵੈਰੀ ਦਲ ਵਿੱਚ ਧਸ ਗਿਆ। ਫਿਰ ਕ੍ਰੋਧ ਕਰਕੇ ਜੰਗ ਲਈ ਹੋਰ ਅੱਗੇ ਵਧਿਆ। ਲੈ ਉਮੜਿਓ ਦਲ ਬਾਦਲ ਸੋ ਕਵ ਨੈ ਜਸ ਇਆ ਛਬ ਕੋ ਪਰਖਿਓ ਹੈ। ਉਹ ਬਦਲਾਂ ਵਰਗੇ ਸੈਨਾ ਦਲਾਂ ਨੂੰ ਲੈ ਕੇ ਚੱਲਿਆ। ਉਸ ਦੀ ਛਬ ਨੂੰ ਵੇਖ ਕੇ ਕਵੀ ਨੇ ਇੰਝ ਪਛਾਣਿਆ ਹੈ। तीर चले इम बीरन को बहु मेघ मनोबल के बरखियो है। कि ਸੂਰਮਿਆਂ ਦੇ ਤੀਰ ਇੰਝ ਚੱਲਦੇ ਹਨ ਮਾਨੋ ਬਦਲ ਬਹੁਤ ਜ਼ੋਰ ਲਾ ਕੇ ਵਰ ਰਹੇ ਹੋਣ। ਬੀਰਨ ਕੇ ਕਰਤੇ ਛੁਟ ਤੀਰ ਸਰੀਰਨ ਚੀਰ ਕੇ ਪਾਰ ਪਰਾਨੇ। ਯੋਧਿਆਂ ਦੇ ਹੱਥਾਂ ਵਿੱਚੋਂ ਛੁੱਟ ਕੇ ਤੀਰ ਵੈਰੀਆਂ ਦੇ ਸਰੀਰਾਂ ਵਿੱਚੋਂ ਪਾਰ ਹੋ ਜਾਂਦੇ ਹਨ। ਤੋਰ ਸਰਾਸਨ ਫੋਰ ਕੇ ਕੌਚਨ ਮੀਨਨ ਕੇ ਰਿਪੁ ਜਿਉ ਧਹਰਾਨੇ। ਕਮਾਨਾਂ ਨੂੰ ਤੋੜ ਕੇ ਕਵਚਾਂ ਨੂੰ ਫੋੜ ਕੇ ਮੱਛੀਆਂ ਦੇ ਵੈਰੀ ਦਧੀਰੇ ਪੰਛੀ ਵਾਂਗ ਤੀਰ ਸਿਰਾਂ ਉੱਤੇ ਮੁੰਡਰਾ ਰਹੇ ਹਨ। ਕਾਉ ਲਗੇ ਤਨ ਚੰਡੀ ਅਨੇਕ ਸੂ ਸ਼੍ਰਵਣ ਚਲਹੇ ਬਹਿ ਕੇ ਸਰਤਾਨੇ। ਚੰਡੀ ਦੇ ਸਰੀਰ ਉੱਤੇ ਲੱਗੇ ਕਈ ਜ਼ਖਮਾਂ ਵਿੱਚੋਂ ਲਹੂ ਨਦੀਆਂ ਵਾਂਗ ਵਗ ਰਿਹਾ ਹੈ। ਮਾਨਹੁ ਫਾਰ ਪਹਾੜ ਹੂੰ ਕੋ ਸੁਤ ਤਚਕਕ ਕੇ ਨਿਕਸੇ ਕਰ ਬਾਨੇ। ਮਾਨੋ ਪਰਬਤ ਨੂੰ ਫਾੜ ਕੇ ਸਭ ਸੁਤ ਤਚਕ रूप वटा के निकले हों। बीरन के करते छुट तीर सु चंडिका ਸਿੰਘਨ ਜਿਉ ਪਪਕਾਰੀ। ਜਦੋਂ ਵੀਰ ਯੋਧਿਆਂ ਦੇ ਹੱਥੋਂ ਤੀਰ ਛੁੱਟੇ ਤਾਂ ਚੰਡੀ ਨੇ ਸ਼ੇਰਨੀ ਵਾਂਗ ਭਬਕ ਮਾਰੀ। ਲੈ ਕਰ ਬਾਨ ਕਮਾਨ ਕਿਰਪਾਨ ਗਦਾ ਗਹਿ ਚੱਕਰ ਛੁਰੀ ਔ ਕਟਾਰੀ। ਅਤੇ ਹੱਥਾਂ ਵਿੱਚ ਧਨੁਸ਼ ਬਾਣ ਤਲਵਾਰ ਗਦਾ ਚੱਕਰ ਅਤੇ ਛੁਰੀ ਕਟਾਰੀ ਆਦਿ ਸ਼ਸਤਰ ਧਾਰਨ ਕਰ ਲਏ। ਕਾਟ ਕੇ ਦਾਮਨ ਛੇਦ ਕੇ ਭੇਦ ਕੇ ਸਿੰਦੂਰ ਕੀ ਕਰੀ ਪਿਨ ਅੰਬਾਰੀ। ਵੈਰੀ ਦਲ ਦੇ ਅੰਬਾਰੀ ਨੂੰ ਕੱਸਣ ਵਾਲੇ ਰੱਸੇ ਕੱਟ ਦਿੱਤੇ, ਤੰਗ ਤੋੜ ਦਿੱਤਾ ਅਤੇ ਹਾਥੀ ਦੀ ਅੰਬਾਰੀ ਉਸ ਤੋਂ ਵੱਖਰੀ ਕਰ ਦਿੱਤੀ। ਮਾਨੋ ਆਗ ਲਗਾਈ ਹਨੂ ਗੜ ਲੰਕ ਆਵਾਸ ਕੀ ਡਾਰੀ ਅਟਾਰੀ। ਮਾਨੋ ਹਨੂੰਮਾਨ ਨੇ ਲੰਕਾ ਦੇ ਕਿਲੇ ਨੂੰ ਅੱਗ ਲਾ ਕੇ ਮਹਿਲ ਦੀ ਅਟਾਰੀ ਹੇਠਾਂ ਸੁੱਟ ਦਿੱਤੀ ਹੋਵੇ। ਤੋਰ ਕੇ ਮੋਰ ਕੇ ਦੈਤਨ ਕੋ ਮੁਖ ਘੋਰ ਕੇ ਚੰਡ ਮਹਾ ਅਸਲੀਨੋ। ਚੰਡੀ ਨੇ ਹੱਥ ਵਿੱਚ ਤਲਵਾਰ ਧਾਰਨ ਕਰਕੇ ਦੈਂਤਾਂ ਦੇ ਭਿਆਨਕ ਮੁਖਾਂ ਨੂੰ ਤੋੜ ਮਰੋੜ ਦਿੱਤਾ। ਜੋਰ ਕੇ ਕੋਰ ਕੇ ਠੋਰ ਕੇ ਵੀਰ ਸੂ ਰਾਛਸ ਕੋ
ਹੱਥ ਕੇ ਤਹਿ ਦੀਨੋ। ਜਿਹੜੇ ਦੈਤ ਕਤਾਰਾਂ ਬਣ ਕੇ ਅੱਗੇ ਢਿੱਲ ਕੇ ਆਏ ਸਨ, ਉਹਨਾਂ ਨੂੰ ਦੇਵੀ ਨੇ ਮਾਰ ਦਿੱਤਾ। ਘੋਰ ਕੇ ਤੋੜ ਕੇ ਬੋਰ ਕੇ ਦਾਨਵ ਲੈ ਤਿਨ ਕੇ ਕਰੇ ਹਾੜ ਚਬੀਨੋ। ਪਹਿਲਾਂ ਦੇਵੀ ਨੇ ਦੈਂਤਾਂ ਨੂੰ ਭੈਭੀਤ ਕਰਕੇ ਡਰ ਵਿੱਚ ਡੋਬ ਕੇ ਉਤਸਾਹਹੀਣ ਕਰ ਦਿੱਤਾ ਅਤੇ ਫਿਰ ਉਹਨਾਂ ਦੀਆਂ ਹੱਡੀਆਂ ਦਾ ਚਬੀਨਾ ਬਣਾ ਦਿੱਤਾ। श्रवण को पान करियो ज्यों दवा, हर सागर को जल ज्यों ਰਿਖ ਪੀਨੋ। ਅਤੇ ਉਹਨਾਂ ਦੇ ਲਹੂ ਨੂੰ ਪੀ ਲਿਆ ਜਿਵੇਂ ਜੰਗਲ ਦੀ ਅੱਗ ਨੂੰ ਸ਼੍ਰੀ ਕ੍ਰਿਸ਼ਨ ਨੇ ਅਤੇ ਅਗਸਤ ਰਿਸ਼ੀ ਨੇ ਸਮੁੰਦਰ ਦੇ ਜਲ ਨੂੰ ਪੀ ਲਿਆ ਸੀ। ਚੰਡ ਪ੍ਰਚੰਡ ਕੁਵੰਡ ਕਰ ਗਹਿ ਜੁਦ ਕਰਿਓ ਨਾ ਗਨੇ ਪਟ ਆਨੇ। ਪ੍ਰਚੰਡ ਚੰਡੀ ਨੇ ਹੱਥ ਵਿੱਚ ਧਨੁਸ਼ ਪਕੜ ਕੇ ਉੱਥੇ ਆਏ ਅਣਗਿਣਤ ਯੋਧਿਆਂ ਨਾਲ ਯੁੱਧ ਕੀਤਾ। ਮਾਰ ਦਈ ਸਭ ਦੈਂਤ ਜੰਮੂ ਤਹਿ ਸਰਉਣਤ ਜੰਬੂਕ ਗ੍ਰਿਛ ਅਘਾਨੇ। ਦੈਂਤਾਂ ਦੀ ਸਾਰੀ ਫੌਜ ਮਾਰ ਦਿੱਤੀ। ਉਹਨਾਂ ਦੇ ਲਹੂ ਨਾਲ ਗਿੱਦੜ ਅਤੇ ਗਿਰਛਾਂ ਰਜ ਗਈਆਂ। ਪਾਲ ਭਿਆਨਕ ਦੇਖ ਭਵਾਨੀ ਕੋ ਦਾਨਵ ਇਉਂ ਰਨ ਛਾੜ ਪਰਾਨੇ। ਚੰਡੀ ਦੇ ਭਿਆਨਕ ਮੱਥੇ ਅਥਵਾ ਮੁੱਖ ਨੂੰ ਵੇਖ ਕੇ ਦੈਂਤ ਰਣਭੂਮੀ ਨੂੰ ਇਸ ਤਰ੍ਹਾਂ ਛੱਡ ਕੇ ਭੱਜ ਗਏ। ਪੌਣ ਕੇ ਗੌਣ ਕੇ ਤੇਜ ਪ੍ਰਤਾਪ ਤੇ ਪੀਪਰ ਕੇ ਜਿਉਂ ਪਾਤ ਉਡਾਣੇ। ਜਿਸ ਤਰ੍ਹਾਂ ਤੇਜ਼ ਹਵਾ ਦੇ ਜ਼ੋਰ ਨਾਲ ਚੱਲਣ 'ਤੇ ਪਿੱਪਲ ਦੇ ਪੱਤਰ ਉੱਡ ਜਾਂਦੇ ਹਨ। आहव मैं खिज के बरचंड करम तर के हर पै अर मारे। ਯੁੱਧ ਵਿੱਚ ਖਿੱਜ ਕੇ ਚੰਡੀ ਨੇ ਹੱਥ ਵਿੱਚ ਤਲਵਾਰ ਫੜ ਕੇ ਵੈਰੀ ਮਾਰ ਦਿੱਤੇ। ਏਕਨ ਤੀਰਨ ਚੱਕਰ ਗਦਾ ਹੱਥ ਏਕਨ ਕੇ ਤਨ ਕੇਹਰ ਫਾਰੇ। ਕਈਆਂ ਨੂੰ ਤੀਰਾਂ ਨਾਲ, ਚੱਕਰ ਅਤੇ ਗਦਾ ਨਾਲ ਮਾਰ ਦਿੱਤਾ ਅਤੇ ਕਈਆਂ ਦੇ ਸਰੀਰ ਨੂੰ ਸ਼ੇਰ ਨੇ ਪਾੜ ਦਿੱਤਾ। ਹੈਦਲ ਗੈ ਦਲ ਪੈਦਲ ਘਾਇ ਕੇ ਮਾਰ ਰਥੀ ਬਿਰਥੀ ਕਰ ਡਾਰੇ। ਘੋੜਿਆਂ ਅਤੇ ਹਾਥੀਆਂ ਉੱਤੇ ਸਵਾਰ ਸੈਨਾ ਅਤੇ ਪੈਦਲ ਫੌਜ ਨੂੰ ਮਾਰ ਦਿੱਤਾ ਅਤੇ ਰਥਾਂ ਵਾਲਿਆਂ ਨੂੰ ਰਥਾਂ ਤੋਂ ਵਾਜਿਆ ਕਰ ਦਿੱਤਾ। ਸਿੰਦੂਰ ਐਸੇ ਪਰੇ ਤਹਿ ਠੌਰ ਜਿਉਂ ਭੂਮ ਮੈਂ ਚੂਮ ਗਿਰੇ ਗਿਰ ਪਾਰੇ। ਉਹ ਹਾਥੀ ਇਸ ਤਰ੍ਹਾਂ ਡਿੱਗੇ ਪਏ ਸਨ ਜਿਸ ਤਰ੍ਹਾਂ ਧਰਤੀ ਦੇ ਹਿੱਲਣ ਨਾਲ ਵੱਡੇ ਵੱਡੇ ਪਰਬਤ ਡਿੱਗੇ ਹੋਏ ਹਨ। ਦੋਹਰਾ। ਰਕਤ ਬੀਜ ਕੀ ਚੰਮੂ ਸਭ ਭਾਗੀ ਕਰ ਤਹਿ ਤਰਾਸ। ਰਕਤ ਬੀਜ ਦੀ ਸਾਰੀ ਫੌਜ ਉਸ ਚੰਡੀ ਦੇ ਡਰ ਕਾਰਨ ਭੱਜ ਗਈ। ਕਹਿਓ ਦੈਤ ਪੁਨ ਘੇਰ ਕੇ ਕਰੋ ਚੰਡ ਕੋ ਨਾਸ। ਦੈਤ ਨੇ ਫਿਰ ਫੌਜ ਨੂੰ ਇਕੱਠਾ ਕਰਕੇ ਕਿਹਾ ਕਿ ਚੰਡੀ ਨੂੰ ਨਸ਼ਟ ਕਰ ਦਿਓ। ਸਵਈਆ। ਕਾਨਨ में सुन के ਇਹ ਬਾਤ ਸੁਬੀਰ ਫਿਰੇ ਕਰ ਮੈਂ ਅਸ ਲੈ ਲੈ। ਕੰਨਾਂ ਨਾਲ ਇਹ ਗੱਲ ਸੁਣ ਕੇ ਹੱਥਾਂ ਵਿੱਚ ਤਲਵਾਰਾਂ ਲਈ ਵੀਰ ਦੈਂਤ ਮੁੜ ਪਏ। ਚੰਡੀ ਪ੍ਰਚੰਡ ਸੋ ਜੁਧ ਕਰਿਓ ਬਲਕੇ ਅਤਿ ਮਨ ਕ੍ਰੋਧਿਤ ਹੋਇ ਕੇ। ਅਤੇ ਬਹੁਤ ਕ੍ਰੋਧਵਾਨ ਹੋ ਕੇ ਪ੍ਰਚੰਡ ਚੰਡੀ ਨਾਲ ਜ਼ੋਰਦਾਰ ਯੁੱਧ ਕੀਤਾ। ਕਾਉ ਲਗੇ ਤਿਨਕੇ ਤਨ ਮੈਂ ਇਮ ਸ਼੍ਰਵਣ ਗਿਰਿਓ ਧਰਨੀ ਪਰ ਚੂਹੇ ਕੇ। ਉਹਨਾਂ ਦੇ ਸਰੀਰ 'ਤੇ ਲੱਗੇ ਜ਼ਖਮਾਂ ਵਿੱਚੋਂ ਲਹੂ ਚੋਂ ਚੋਂ ਕੇ ਧਰਤੀ ਉੱਤੇ ਇਸ ਤਰ੍ਹਾਂ ਡਿੱਗਦਾ ਹੈ ਜਿਸ ਤਰ੍ਹਾਂ ਝਰਨਿਆਂ ਵਿੱਚੋਂ ਜਲ ਡਿੱਗਦਾ ਹੈ। ਆਗ ਲਗੇ ਜਿਮ ਕਾਨਨ ਮੈਂ ਤਨ ਤਿਉਂ ਰਹੇ ਬਾਨਨ ਕੀ ਧੁਨ ਹਵੈ ਕੇ। ਜਿਵੇਂ ਜੰਗਲ ਵਿੱਚ ਅੱਗ ਲੱਗਣ ਨਾਲ ਤਿੜ ਤਿੜ ਦੀ ਆਵਾਜ਼ ਆਉਂਦੀ ਹੈ,
ਤਿਵੇਂ ਸਰੀਰ ਉੱਤੇ ਤੀਰ ਵੱਜਣ ਦੀ ਧੁਨੀ ਹੋ ਰਹੀ ਹੈ। ਆਇਸ ਪਾਏ ਕੇ ਦਾਨਵ ਕੋ ਦਲ ਚੰਡ ਕੇ ਸਾਮੂਹੇ ਆਏ ਅਰਿਓ ਹੈ। ਰਕਤ ਬੀਜ ਦੀ ਆਗਿਆ ਪ੍ਰਾਪਤ ਕਰਕੇ ਦੈਂਤਾਂ ਦੀ ਫੌਜ ਚੰਡੀ ਦੇ ਸਾਹਮਣੇ ਆ ਕੇ ਡਟ ਗਈ। ਡਾਰ ਓ ਸਾਗ ਕਿਰਪਾਨਨ ਮਿਲੈ ਕਰ ਮੈਂ ਬਰ ਬੀਰਨ ਜੁੱਧ ਕਰਿਓ ਹੈ। ਹੱਥਾਂ ਵਿੱਚ ਡਾਲਾਂ, ਬਰਛੀਆਂ ਅਤੇ ਤਲਵਾਰਾਂ ਲੈ ਕੇ ਬਲਵਾਨ ਯੋਧਿਆਂ ਨੇ ਯੁੱਧ ਕਰਨਾ ਸ਼ੁਰੂ ਕਰ ਦਿੱਤਾ। ਫੇਰ ਫਿਰੇ ਨਹਿ ਆਹਵ ਤੇ ਮਨ ਮਹਿ ਤਹਿ ਧੀਰਜ ਗਾਡੋ ਤਰਿਓ ਹੈ। ਉਹ ਦੈਂਤ ਧੀਰਜ ਨੂੰ ਚੰਗੀ ਤਰ੍ਹਾਂ ਮਨ ਵਿੱਚ ਦ੍ਰਿੜ ਕਰਕੇ ਜੰਗ ਤੋਂ ਹਟਾਇਆ ਵੀ ਨਹੀਂ ਹਟਦੇ ਹਨ। ਰੋਕ ਲਏ ਚਹੂੰ ਔਰ ਤੇ ਚੰਡ ਸੁਪਾਨ ਮਨੋ ਪਰ ਬੇਖ ਭਰਿਓ ਹੈ। ਉਹਨਾਂ ਨੇ ਚੰਡੀ ਨੂੰ ਚੌਹਾਂ ਪਾਸਿਆਂ ਤੋਂ ਇਸ ਤਰ੍ਹਾਂ ਘੇਰਿਆ ਹੋਇਆ ਹੈ ਮਾਨੋ ਸੂਰਜ ਨੂੰ ਪਰਿਵੇਖ ਚਾਨਣ ਦਾ ਘੇਰਾ ਪਿਆ ਹੋਇਆ ਹੋਵੇ। ਕੋਪ ਕੇ ਚੰਡ ਪ੍ਰਚੰਡ ਕੁਵੰਡ ਮਹਾਬਲ ਕੇ ਬਲਵੰਡ ਸੰਭਾਰਿਓ। ਕ੍ਰੋਧਵਾਨ ਹੋ ਕੇ ਪ੍ਰਚੰਡ ਚੰਡੀ ਨੇ ਪੂਰੀ ਸ਼ਕਤੀ ਨਾਲ ਦ੍ਰਿੜ ਧਨੁਸ਼ ਨੂੰ ਧਾਰਨ ਕੀਤਾ। ਦਾਮਨ ਜਿਉਂ ਕਨਸੇ ਦਲ ਪੈਠ ਕਹਿ ਕੇ ਪੁਰਜੇ ਪੁਰਜੇ ਦਲ ਮਾਰਿਓ। ਅਤੇ ਵੈਰੀ ਸੈਨਾ ਵਿੱਚ ਦਾਖਲ ਹੋ ਕੇ ਉਸਨੇ ਪੁਰਜ਼ੇ ਪੁਰਜ਼ੇ ਕਰ ਦਿੱਤੇ ਜਿਵੇਂ ਬੱਦਲਾਂ ਦੇ ਸਮੂਹ ਵਿੱਚ ਬਿਜਲੀ ਚਮਕਦੀ ਹੈ। ਬਾਨਨ ਸਾਤ ਬਿਦਾਰ ਦੇ ਅਰਤਾ ਛਬ ਕੋ ਕਵ ਪਾਓ ਵਿਚਾਰਿਓ। ਵੈਰੀਆਂ ਨੇ ਤੀਰਾਂ ਨਾਲ ਨਸ਼ਟ ਕਰ ਦਿੱਤਾ। ਉਸ ਨਜ਼ਾਰੇ ਲਈ ਵੈਰੀਆਂ ਨੂੰ ਤੀਰਾਂ ਨਾਲ ਨਸ਼ਟ ਕਰ ਦਿੱਤਾ। ਉਸ ਨਜ਼ਾਰੇ ਲਈ ਕਵੀ ਦੇ ਮਨ ਵਿੱਚ ਇਹ ਆਇਆ। ਸੂਰਜ ਕੀ ਕਿਰਨੇ ਸਰਮਾ ਸਹੇ ਰੇਨ ਅਨੇਕ ਤਹਾਂ ਕਰ ਡਾਰਿਓ। ਜਿਵੇਂ ਸੂਰਜ ਦੀਆਂ ਕਿਰਨਾਂ ਨਾਲ ਕੋਹਰੇ ਦੇ ਜਲ ਕਣ ਉੱਡ ਜਾਂਦੇ ਹਨ, ਤਿਵੇਂ ਤੀਰਾਂ ਨੇ ਵੈਰੀਆਂ ਦੇ ਸਰੀਰਾਂ ਤੇ ਤੁੰਬੇ ਅਥਵਾ ਚੀਥੜੇ ਉਡਾ ਦਿੱਤੇ ਹਨ। ਚੰਡ ਚੰਮੂ ਬਹੁ ਦੈਤਨ ਕੀ ਹੱਥ ਫੇਰ ਪ੍ਰਚੰਡ ਕੁਵੰਡ ਸੰਭਾਰਿਓ। ਚੰਡੀ ਨੇ ਦੈਂਤਾਂ ਦੀ ਬਹੁਤ ਸਾਰੀ ਸੈਨਾ ਮਾਰ ਕੇ ਫਿਰ ਪ੍ਰਚੰਡ ਧਨੁਸ਼ ਨੂੰ ਧਾਰਨ ਕੀਤਾ। ਬਾਨਨ ਸੋ ਦਲ ਫੋਰ ਦਇਓ ਬਲ ਕਹਿ ਕਰ ਸਿੰਘ ਮਹਾ ਪਪਕਾਰਿਓ। ਬਾਣਾਂ ਨਾਲ ਵੈਰੀ ਦੀ ਸੈਨਾ ਪਾੜ ਦਿੱਤੀ ਅਤੇ ਬਲਵਾਨ ਸ਼ੇਰ ਵੀ ਜ਼ੋਰ ਨਾਲ ਦਹਾੜਿਆ। ਮਾਰ ਦੇ ਸਿਰਦਾਰ ਵੱਡੇ ਤਰ ਸ੍ਰਵਣ ਬਹਾਈ ਬਡੋ ਰਨ ਪਾਰਿਓ। ਵੱਡੇ ਵੱਡੇ ਸੈਨਿਕ ਸਰਦਾਰ ਮਾਰ ਦਿੱਤੇ ਅਤੇ ਧਰਤੀ ਉੱਤੇ ਲਹੂ ਵਹਾ ਕੇ ਤਕੜਾ ਯੁੱਧ ਕੀਤਾ। ਏਕ ਕੇ ਸੀਸ ਦਇਓ ਤਨ ਯੋ ਚੰਨ ਕੋਪ ਕੇ ਗਾਜ ਨੇ ਮੰਡਪ ਮਾਰਿਓ। ਇੱਕ ਦੈਂਤ ਦੇ ਸਿਰ ਉੱਤੇ ਇਸ ਤਰ੍ਹਾਂ ਧਨੁਸ਼ ਮਾਰਿਆ ਮਾਨੋ ਬਿਜਲੀ ਨੇ ਕ੍ਰੋਧ ਕਰਕੇ ਮਹਿਲ ਢਾਹ ਦਿੱਤੇ ਹੋਵੇ। ਦੋਹਰਾ। ਚੰਡ ਚਮੂ ਸਭ ਦੈਤ ਕੀ ਐਸੇ ਦਈ ਸੰਘਾਰ। ਦੈਤ ਦੀ ਸਾਰੀ ਫੌਜ ਨੂੰ ਚੰਡੀ ਨੇ ਇਸ ਤਰ੍ਹਾਂ ਨਸ਼ਟ ਕਰ ਦਿੱਤਾ। ਪਉਨ ਪੂਤ ਜਿਉਂ ਲੰਕ ਕੋ ਡਾਰਿਓ ਬਾਗ ਉਖਾਰ। ਜਿਸ ਤਰ੍ਹਾਂ ਪਉਨ ਪੂਤ ਪਵਨ ਪੁੱਤਰ ਹਨੂਮਾਨ ਨੇ ਲੰਕਾ ਦਾ ਬਾਗ ਪੁੱਟ ਸੁੱਟਿਆ ਸੀ। ਸਵਈਆ। ਗਾਜ ਕੇ ਚੰਡ ਮਹਾਬਲ ਮੇਘ ਸੀ ਬੂੰਦਨ ਜਿਉਂ ਅਰ ਪੈ ਸਰ ਡਾਰੇ। ਬਲਵਾਨ ਚੰਡੀ ਨੇ ਬੱਦਲ ਵਾਂਗ ਗੱਜ ਕੇ ਤੀਰਾਂ ਨੂੰ ਬੂੰਦਾਂ ਵਾਂਗ ਵੈਰੀ ਉੱਤੇ ਸੁੱਟਿਆ। ਦਾਮਨੀ
सो खग लै कर मैं बहो बीर अंध तर के तर मारे। ਬਿਜਲੀ ਵਰਗੀ ਤਲਵਾਰ ਹੱਥ ਵਿੱਚ ਲੈ ਕੇ ਬਹੁਤ ਸੂਰਮਿਆਂ ਦੇ ਅੱਧੇ ਅੱਧੇ ਟੁਕੜੇ ਕਰਕੇ ਧਰਤੀ ਉੱਤੇ ਸੁੱਟ ਦਿੱਤੇ। ਕਾਇਲ ਕੂਮ ਪਰੇ ਤਹ ਇਉਂ ਉਪਮਾ ਮਨ ਮੈਂ ਕਵਿਓ ਅਨੁਸਾਰੇ। ਜ਼ਖਮੀ ਪੁਆਟੜੀ ਖਾ ਕੇ ਉੱਥੇ ਇਸ ਤਰ੍ਹਾਂ ਡਿੱਗੇ ਹੋਏ ਸਨ, ਉਹਨਾਂ ਉੱਤੇ ਕਵੀ ਮਨ ਵਿੱਚ ਇੰਜ ਉਪਮਾ ਟੁਕਾਉਂਦਾ ਹੈ। श्रवण प्रवाह मनो सरता ए मद तसी कर लोथ करारे। मानो लहू ਦਾ ਪ੍ਰਵਾਹ ਨਦੀ ਹੋਵੇ ਅਤੇ ਉਸ ਵਿੱਚ ਧਸਿਆ ਲੋਥਾ ਕੰਡੇ ਹੋਣ। ਐਸੇ ਪਰੇ ਤਰਨੀ ਪਰ ਬੀਰ ਸੂ ਕਹਿ ਕੇ ਦੁਖੰਡ ਜੂ ਚੰਡੀਓ ਡਾਰੇ। ਇਸ ਤਰ੍ਹਾਂ ਚੰਡੀ ਦੁਆਰਾ ਦੋ ਦੋ ਟੁਕੜੇ ਕੀਤੇ ਸੂਰਵੀਰ ਧਰਤੀ ਉੱਤੇ ਪਏ ਹਨ। ਲੋਥਨ ਉੱਪਰ ਲੋਥ ਗਿਰੇ ਬਹਿ ਸਰਾਉਣ ਚਲਿਓ ਜਨਕੋਟ ਪਨਾਰੇ। ਲੋਥਾਂ ਉੱਤੇ ਲੋਥ ਡਿੱਗੀ ਹੋਈ ਹੈ। ਲਹੂ ਇਸ ਤਰ੍ਹਾਂ ਵਗ ਰਿਹਾ ਹੈ ਮਾਨੋ ਕਰੋੜਾਂ ਪਰਨਾਲੇ ਵਗ ਰਹੇ ਹੋਂ। ਲੈ ਕਰ ਬਿਆਲ ਸੋ ਬਿਆਲ ਬਜਾਵਤ ਸੋ ਉਪਮਾ ਕਵਿਓ ਮਨ ਤਾਰੇ। ਭੂਤਗਣ ਹੱਥ ਵਿੱਚ ਹਾਥੀ ਨੂੰ ਲੈ ਕੇ ਦੂਜੇ ਹਾਥੀ ਨਾਲ ਟਕਰਾਉਂਦੇ ਹਨ। ਉਸ ਦ੍ਰਿਸ਼ ਦੀ ਉਪਮਾ ਕਵੀ ਦੇ ਮਨ ਵਿੱਚ ਇਸ ਪ੍ਰਕਾਰ ਆਈ ਹੈ। ਮਾਨੋ ਮਹਾ ਪ੍ਰਲय ਬਹਿ ਪਉਨ ਸੋ ਆਪਸ ਮੈਂ ਪਿਰ ਹੈ ਗਿਰ ਪਾਰੇ। ਮਾਨੋ ਮਹਾ ਪਰਲੋ ਵੇਲੇ ਹਵਾ ਦੇ ਚੱਲਣ ਨਾਲ ਵੱਡੇ ਵੱਡੇ ਪਹਾੜ ਆਪਸ ਵਿੱਚ ਟਕਰਾ ਰਹੇ ਹੋਣ। ਲੈ ਕਰ ਮੈਂ ਅਸਦਾਰੁਨ ਕਾਮ ਕਰੇ ਰਨ ਮੈਂ ਅਰਸੋ ਅਰਣੀ ਹੈ। ਹੱਥ ਵਿੱਚ ਵੈਰੀ ਦੀ ਵੈਰਨ ਤਲਵਾਰ ਨੂੰ ਲੈ ਜਾਣ 'ਤੇ ਉਹ ਯੁੱਧ ਭੂਮੀ ਵਿੱਚ ਭਿਆਨਕ ਕੰਮ ਕਰਦੀ ਹੈ। ਸੂਰ ਹਨੇ ਬਲ ਕੇ ਬਲਵਾਨ ਸੂ ਸਰਾਉਣ ਚਲਿਓ ਬਹਿ ਬੈਤਰਨੀ ਹੈ। ਬਲਵਾਨ ਸੂਰਮਿਆਂ ਨੂੰ ਬਲਪੂਰਵਕ ਮਾਰ ਦਿੱਤਾ ਗਿਆ ਅਤੇ ਲਹੂ ਵੈਤਰਨੀ ਨਦੀ ਹੋ ਕੇ ਵਗਣ ਲੱਗੀਆਂ। ਬਾਂਹ ਕਟੀ ਅਧ ਬੀਚ ਤੇ ਮੁੰਡ ਸੀ ਸੋ ਉਪਮਾ ਕਵੀ ਨੇ ਬਰਨੀ ਹੈ। ਸੁੰਡ ਵਰਗੀ ਬਾਂਹ ਅੱਧ ਵਿਚਾਲਿਓ ਕੱਟੀ ਹੋਈ ਪਈ ਹੈ। ਉਸ ਦੀ ਉਪਮਾ ਕਵੀ ਨੂੰ ਇੰਜ ਸੁੱਝੀ ਹੈ। ਆਪਸ ਮੈਂ ਲੜਕੇ ਸੂ ਮਨੋ ਗਿਰਤੇ ਗਿਰ ਸਰਪ ਕੀ ਦੁਈ ਕਰਨੀ ਹੈ। ਮਾਨੋ ਪਰਬਤ ਉੱਤੇ ਸ਼ੇਸ਼ਨਾਗ ਦੀਆਂ ਦੋ ਪਤਨੀਆਂ ਲੜ ਕੇ ਡਿੱਗ ਪਈਆਂ ਹੋਣ। दोहरा। सकल प्रबल दल दैत को ਚੰਡ ਦਿਓ ਭਜਾਈ। ਦੈਂਤ ਦੇ ਸਾਰੇ ਪ੍ਰਬਲ ਦਲ ਨੂੰ ਚੰਡੀ ਨੇ ਮਾਰ ਕੇ ਇਸ ਤਰ੍ਹਾਂ ਭਜਾ ਦਿੱਤਾ। ਪਾਪ ਤਾਪ ਹਰ ਜਾਪ ਤੇ ਜੈਸੇ ਜਾਤ ਪਰਾਈ। ਜਿਸ ਤਰ੍ਹਾਂ ਹਰ ਜਾਪ ਨਾਲ ਪਾਪ ਅਤੇ ਤਾਪ ਦੂਰ ਹੋ ਜਾਂਦੇ ਹਨ। ਸਵਈਆ। ਪਾਨ ਤੇ ਜਿਉ ਤਮ ਪਾਉਨ ਤੇ ਜਿਉ ਕਰ ਮੋਰ ਤੇ ਜਿਉ ਫਨ ਤਿਉ ਸੁਖ ਚਾਨੇ।
ਜਿਵੇਂ ਸੂਰਜ ਤੋਂ ਹਨੇਰਾ, ਜਿਵੇਂ ਹਵਾ ਤੋਂ ਬੱਦਲ, ਜਿਵੇਂ ਮੋਰ ਤੇ ਫਨੀਅਰ ਡਰ ਜਾਂਦੇ ਹਨ, ਸੁੰਗੜ ਜਾਂਦੇ ਹਨ। ਸੂਰ ਤੇ ਕਾਤੁਰ, ਕੂਰ ਤੇ ਚਾਤੁਰ, ਸਿੰਘ ਤੇ ਸਾਤੁਰ, ਇਨ ਡਰਾਣੇ। ਜਿਵੇਂ ਸੂਰਮੇ ਤੋਂ ਕਾਇਰ, ਝੂਠ ਤੋਂ ਸਿਆਣਪ ਅਤੇ ਸ਼ੇਰ ਤੋਂ ਹਿਰਨ ਤੁਰੰਤ ਭੈਭੀਤ ਹੋ ਜਾਂਦੇ ਹਨ। ਸੂਮ ਤੇ ਜਿਉ ਜਸ ਵਿਯੋਗ ਤੇ, ਜਿਉ ਰਸ ਪੂਤ ਕਪੂਤ ਤੇ, ਜਿਉ ਬੰਸ ਹਾਨੇ। ਜਿਵੇਂ ਕੰਜੂਸ ਤੋਂ ਯਸ਼, ਜਿਵੇਂ ਵਿਯੋਗ ਤੋਂ ਆਨੰਦ ਅਤੇ ਜਿਵੇਂ ਕੁਪੁੱਤਰ ਤੋਂ ਖਾਨਦਾਨ ਦਾ ਨੁਕਸਾਨ ਹੁੰਦਾ ਹੈ। ਧਰਮ ਜਿਉ ਕ੍ਰੁਪ ਤੇ ਪਰਮ ਸੁਬੁੱਧ ਤੇ ਚੰਡ ਕੇ ਜੁਧ ਤੇ ਦੈਤ ਪਰਾਨੇ। ਅਤੇ ਕ੍ਰੋਧ ਤੋਂ ਧਰਮ ਦਾ, ਸੁਬੁੱਧ ਤੋਂ ਪਰਮ ਭੱਜ ਜਾਂਦਾ ਹੈ, ਉਵੇਂ ਚੰਡੀ ਦੇ ਯੁੱਧ ਤੋਂ ਦੈਤ ਨਸ ਜਾਂਦੇ ਹਨ। ਫੇਰ ਫਿਰੇ ਸਭ ਜੁਧ ਕੇ ਕਾਰਨ ਲੈ, ਕਰਵਾਨ ਕ੍ਰੁੱਧ ਹੋਏ ਤਾਏ। ਯੁੱਧ ਲਈ ਫਿਰ ਸਭ ਮੁੜ ਪਏ ਅਤੇ ਕ੍ਰੋਧਵਾਨ ਹੋ ਕੇ ਹੱਥ ਵਿੱਚ ਤਲਵਾਰਾਂ ਧਾਰਨ ਕਰਦੇ ਹੋਇਆਂ ਹਮਲਾਵਰ ਹੋਏ। ਇੱਕ ਲੈ ਬਾਣ ਕਮਾਨ ਤਾਨ ਕੇ, ਤੂਰਨ ਤੇਜ ਤੁਰੰਗ ਤੁਰਾਏ। ਕਈ ਹੱਥਾਂ ਵਿੱਚ ਤੀਰ ਲੈ ਕੇ ਅਤੇ ਕਮਾਨਾਂ ਵਿੱਚ ਕੱਸ ਕੇ ਛੇਤੀ ਨਾਲ ਘੋੜਿਆਂ ਨੂੰ ਤੋੜਦੇ ਹਨ। ਤੂਰ ਉੱਡੀ ਖੁਰ ਪੂਰਨ ਤੇ, ਪਥ ਊਰਧ ਹੋਏ ਰਵ ਮੰਡਲ ਛਾਏ। ਘੋੜਿਆਂ ਦੇ ਸੁਮਾਂ ਨਾਲ ਉੱਡੀ ਧੂੜ ਨੇ ਉੱਪਰਲੇ ਰਸਤੇ ਆਕਾਸ਼ ਵਿੱਚ ਪਸਰ ਕੇ ਸੂਰਜ ਦੇ ਮੰਡਲ ਨੂੰ ਲੁਕਾ ਦਿੱਤਾ। ਮਾਨੋ ਫੇਰ ਰਚੇ ਬਿਦ ਲੋਕ, ਤਰਾਕਟ ਆਠ ਆਕਾਸ ਬਨਾਏ। ਮਾਨੋ ਬ੍ਰਹਮਾ ਨੇ ਫਿਰ ਲੋਕਾਂ ਦੀ ਰਚਨਾ ਕੀਤੀ ਹੈ, ਜਿਨ੍ਹਾਂ ਵਿੱਚ 6 ਧਰਤੀਆਂ ਅਤੇ 8 ਆਕਾਸ ਬਣਾਏ ਹਨ। ਚੰਡ ਪ੍ਰਚੰਡ ਕੁਵੰਡ ਲੈ, ਬਾਨਨ ਦੈ ਤਨ ਕੇ, ਤਨ ਤੂਲ ਜਿਉ ਤੁੰਬੇ। ਪ੍ਰਚੰਡ ਚੰਡੀ ਨੇ ਧਨੁਸ਼ ਲੈ ਕੇ ਬਾਣਾਂ ਨਾਲ ਦੈਂਤਾਂ ਦੇ ਸਰੀਰਾਂ ਨੂੰ ਰੂੰ ਵਾਂਗ ਤੁੰਬੇ ਤੁੰਬੇ ਕਰ ਦਿੱਤਾ ਹੈ। ਮਾਰ ਗਾਇੰਦ ਦਏ ਕਰਵਾਰ ਲੈ, ਦਾਨਵ ਮਾਨ ਗਇਓ ਉੱਡ ਪੋਂਬੇ। ਚੰਡੀ ਨੇ ਤਲਵਾਰ ਨਾਲ ਦੈਂਤ ਦਲ ਦੇ ਹਾਥੀਆਂ ਨੂੰ ਮਾਰ ਦਿੱਤਾ ਹੈ। ਫਲਸਰੂਪ ਦੈਂਤਾਂ ਦਾ ਹੰਕਾਰ ਅੱਗ ਦੀਆਂ ਬੂੰਦੀਆਂ ਵਾਂਗ ਉੱਡ ਪੁੱਡ ਗਿਆ ਹੈ। ਬੀਰਨ ਕੇ ਸਿਰ ਕੇ ਸਿਤ ਭਾਗ ਚਲੀ, ਬਹਿ ਸਰੋਨਤ ਉਪਰ ਖੁੰਬੇ। ਸੂਰਮਿਆਂ ਦੇ ਸਿਰਾਂ ਦੀਆਂ ਸਫੈਦ ਪਗੜੀਆਂ ਲਹੂ ਉੱਤੇ ਖੁੰਬਾਂ ਵਾਂਗ ਵਹਿ ਰਹੀਆਂ ਹਨ। ਮਾਨਹੁ ਸਾਰ ਸੁੱਤ ਕੇ ਪ੍ਰਵਾਹ ਮੈਂ, ਸੂਰਨ ਕੇ ਜਸ ਕੇ ਉੱਠੇ ਬੁੰਬੇ। ਇਹ ਦ੍ਰਿਸ਼ ਇੰਝ ਪ੍ਰਤੀਤ ਹੁੰਦਾ ਹੈ ਮਾਨੋ ਸਰਸਵਤੀ ਨਦੀ ਦੇ ਪ੍ਰਵਾਹ ਵਿੱਚ ਸੂਰਮਿਆਂ ਦੇ ਯਸ਼ ਦੇ ਬੁਲਬੁਲੇ ਉੱਠ ਰਹੇ ਹੋਣ। ਦੇਤਨ ਸਾਤ ਗਦਾ ਕਹਿ ਖਾਤ, ਸੋ ਕ੍ਰੁੱਧ ਹੋਇ ਜੁਧ ਨਿਸੰਗ ਕਰਿਓ ਹੈ। ਫਿਰ ਚੰਡੀ ਨੇ ਹੱਥ ਵਿੱਚ ਗਦਾ ਧਾਰਨ ਕਰਕੇ ਕ੍ਰੋਧ ਨਾਲ ਨਿਸੰਗ ਹੋ ਕੇ ਦੈਂਤਾਂ ਨਾਲ ਯੁੱਧ ਸ਼ੁਰੂ ਕਰ ਦਿੱਤਾ। ਪਾਨ ਕਿਰਪਾਨ ਲਏ ਬਲਵਾਨ, ਸੋ ਮਾਰ ਤਬੈ ਦਲ ਛਾਰ ਕਰਿਓ ਹੈ। ਹੱਥ ਵਿੱਚ ਮਜ਼ਬੂਤ ਤਲਵਾਰ ਲੈ ਕੇ ਦੈਂਤਾਂ ਦੇ ਦਲ ਨੂੰ ਮਾਰ ਕੇ ਮਿੱਟੀ ਵਿੱਚ ਮਿਲਾ ਦਿੱਤਾ। ਭਾਗ ਸਮੇਤ ਗਿਰਿਓ ਸਿਰ ਏਕ ਕੋ, ਪਾਉ ਇਹ ਕਬ ਤਾਕੋ ਤਰਿਓ ਹੈ। ਇੱਕ ਦੈਂਤ ਦਾ ਪਗੜੀ ਸਮੇਤ ਸਿਰ ਡਿੱਗਿਆ ਹੋਇਆ ਹੈ। ਉਸ ਦਾ ਭਾਵ ਕਵਿਤਾ ਵਿੱਚ ਕਵੀ ਨੇ ਇੰਝ ਬਿਆਨ ਕੀਤਾ ਹੈ,
पूर्ण पुन पए नभ ते सुमनो पुअ टूट ਨਛੱਤਰ ਭਰਿਓ ਹੈ। ਮਾਨੋ ਪੁੰਨਾਂ ਦੇ ਪੂਰੇ ਹੋਣ 'ਤੇ ਆਕਾਸ਼ ਤੇ ਤਾਰਾ ਨਛੱਤਰ ਟੁੱਟ ਕੇ ਧਰਤੀ ਉੱਤੇ ਡਿੱਗਿਆ ਹੋਵੇ। ਬਾਰਤ ਬਾਰਨ ਜਿਉਂ ਨਿਰਵਾਰ ਮਹਾਬਲਤਾਰ ਤਬੇ ਇਹ ਕੀਆ। ਤਦ ਚੰਡੀ ਨੇ ਬਹੁਤ ਅਧਿਕ ਬਲ ਇਕੱਠਾ ਕਰਕੇ ਬਦਲਾ ਵਰਗੇ ਹਾਥੀਆਂ ਨੂੰ ਖਿਡਾਉਣ ਦਾ ਕੰਮ ਕੀਤਾ। ਪਾਨ ਲੈ ਬਾਨ ਕਮਾਨ ਕੋ ਤਾਨ ਸੰਘਾਰ ਸਨੇਹ ਤੇ ਸਰਉਨਤ ਪੀਆ। ਹੱਥ ਵਿੱਚ ਤੀਰ ਲੈ ਕੇ ਕਮਾਨ ਨੂੰ ਖਿੱਚ ਕੇ ਮਾਰਿਆ ਹੈ ਅਤੇ ਸਨੇਹ ਪੂਰਵਕ ਲਹੂ ਪੀਤਾ। ਏਕ ਗਏ ਕੁਮਲਾਏ ਪਰਾਏ ਕੇ ਏਕਨ ਕੋ ਤਰਕਿਓ ਤਨਹੀਆ। ਇਹ ਵੇਖ ਕੇ ਇੱਕ ਤਾਂ ਘਬਰਾ ਕੇ ਨੱਸ ਗਏ ਹਨ ਅਤੇ ਇਕੰਨਾਂ ਦੇ ਤਨ ਵਿੱਚ ਦਿਲ ਧੜਕਣ ਲੱਗ ਗਿਆ। ਚੰਡ ਕੇ ਬਾਨ ਕਿਦੋ ਕਰ ਭਾਨਹੀ ਦੇਖ ਕੇ ਦੈਤ ਗਈ ਦੁੱਤ ਦੀਆ। ਚੰਡੀ ਦੇ ਤੀਰ ਹਨ ਅਥਵਾ ਸੂਰਜ ਦੀਆਂ ਕਿਰਨਾਂ ਹਨ ਜਿਨ੍ਹਾਂ ਨੂੰ ਵੇਖ ਕੇ ਦੈਂਤਾਂ ਦੇ ਦੀਵਿਆਂ ਦੀ ਰੌਸ਼ਨੀ ਚਲੀ ਗਈ ਹੈ। ਲੈ ਕਰ ਮੈਂ ਅਸਕੋਪ ਗਈ ਅਤਾਰ ਮਹਾਬਲ ਕੋ ਰਨ ਪਾਰਿਓ। ਚੰਡੀ ਨੇ ਹੱਥ ਵਿੱਚ ਤਲਵਾਰ ਲੈ ਕੇ ਅਤੇ ਕ੍ਰੋਧਵਾਨ ਹੋ ਕੇ ਅਤ ਅਧਿਕ ਬਲ ਸਹਿਤ ਘੋਰ ਯੁੱਧ ਮਚਾਇਆ। ਦੌੜ ਕੇ ਠੌਰ ਹਤੇ ਬਹੁ ਦਾਨਵ ਏਕ ਗਇੰਦਰ ਬਡੋ ਰਨ ਮਾਰਿਓ। ਆਪਣੀ ਥਾਂ ਤੋਂ ਅੱਗੇ ਵੱਧ ਕੇ ਬਹੁਤੇ ਦੈਂਤਾਂ ਅਤੇ ਇੱਕ ਵੱਡੇ ਹਾਥੀ ਨੂੰ ਰਣ ਵਿੱਚ ਮਾਰਿਆ। ਕੌਤਕ ਤਾ ਛਬ ਕੋ ਰਨ ਪੇਖ ਤਬੇ ਕਬ ਇਉ ਮਨ ਮਦ ਵਿਚਾਰਿਓ। ਰਣ ਵਿੱਚ ਉਸ ਕੌਤਕ ਦੇ ਨਜ਼ਾਰੇ ਨੂੰ ਵੇਖ ਕੇ ਤਦ ਕਵੀ ਦੇ ਮਨ ਵਿੱਚ ਇੰਜ ਵਿਚਾਰਿਆ। ਸਾਗਰ ਬਾਦਨ ਕੇ ਸਮੇਂ ਨਲ ਮਾਨੋ ਪਹਾੜ ਉਖਾੜ ਕੇ ਡਾਰਿਓ। ਮਾਨੋ ਸਮੁੰਦਰ ਨੂੰ ਬੰਨ ਮਾਰਨ ਵੇਲੇ ਨਲ ਨੇ ਪਰਬਤ ਪੁੱਟ ਕੇ ਸੁੱਟ ਦਿੱਤਾ ਹੋਵੇ। ਦੋਹਰਾ। ਮਾਰ ਜਬੇ ਸਹਿ ਨਾ ਲਏ ਤਬੇ ਦੈਤ ਇਹ ਕੀਨ। ਜਦੋਂ ਚੰਡੀ ਨੇ ਦੈਂਤਾਂ ਦੀ ਫੌਜ ਮਾਰ ਲਈ ਤਦੋਂ ਰਕਤ ਬੀਜ ਨੇ ਇਹ ਕੰਮ ਕੀਤਾ। ਸਸਤਰ ਧਾਰ ਕਰ ਚੰਡ ਕੇ ਬਦੀਬੇ ਕੋ ਮਨ ਤੀਨ। ਕਿ ਸ਼ਸਤਰ ਧਾਰਨ ਕਰਕੇ ਚੰਡੀ ਨੂੰ ਮਾਰਨ ਦਾ ਖਿਆਲ ਮਨ ਵਿੱਚ ਲਿਆਂਦਾ। ਸਵਈਆ। ਬਾਹਨ ਸਿੰਘ ਭਿਆਨਕ ਰੂਪ ਲਖਿਓ ਸਭ ਦੈਤ ਮਹਾ ਡਰ ਪਾਇਓ। ਸ਼ੇਰ ਦੀ ਸਵਾਰ ਚੰਡੀ ਦਾ ਭਿਆਨਕ ਰੂਪ ਵੇਖ ਕੇ ਸਾਰੇ ਦੈਂਤਾਂ ਨੇ ਬਹੁਤ ਡਰ ਮੰਨਿਆ ਹੈ। ਸੰਖ ਲਿਏ ਕਰ ਚੱਕਰ ਓ ਬਕਰ ਸਰਾਸਨ ਪੱਤਰ ਬਚਿੱਤਰ ਬਣਾਇਓ। ਦੇਵੀ ਨੇ ਹੱਥ ਵਿੱਚ ਸੰਖ ਅਤੇ ਚੱਕਰ ਲਿਆ ਹੋਇਆ ਹੈ ਅਤੇ ਟੇਢੀ ਧਨੁਸ਼ ਉੱਤੇ ਖੰਭਾਂ ਵਾਲਾ ਤੀਰ ਬਹੁਤ ਵਿਚਿੱਤਰ ਢੰਗ ਨਾਲ ਸਜਾਇਆ ਹੋਇਆ ਹੈ। ਤਾਈ ਪੁਜਾ ਬਲ ਆਪਨ ਹੋਇ ਹਮ ਸੋ ਤਿਨ ਯੋਂ ਅਤ ਜੁੱਧ ਮਚਾਇਓ। ਰਕਤ ਬੀਜ ਕ੍ਰੋਧਵਾਨ ਹੋ ਕੇ ਅੱਗੇ ਵਧਿਆ ਅਤੇ ਚੰਡੀ ਨੂੰ ਇੰਜ ਕਹਿਣ ਲੱਗਿਆ ਕਿ ਜੇ ਤੇਰੀਆਂ ਭੁਜਾਵਾਂ ਵਿੱਚ ਬਲ ਹੈ ਤਾਂ ਰਣ ਵਿੱਚ ਮੇਰੇ ਨਾਲ ਯੁੱਧ ਮਚਾ। क्रोध के श्रवणत बिंद कहे रन एआही ते चंडिका नाम कहायो। अगो चंडी ने उत्तर दिता कि इसे करके ਤਾਂ ਮੈਂ ਆਪਣਾ ਨਾਂ ਚੰਡਿਕਾ ਅਖਵਾਇਆ ਹੈ। ਮਾਰ ਲਿਓ ਦਲ
और भजियो तब कोप के आपन ही सो ਪਿਰਿਓ ਹੈ। ਜਦੋਂ ਰਕਤ ਬੀਜ ਦਾ ਦਲ ਮਾਰਿਆ ਗਿਆ ਅਤੇ ਬਾਕੀ ਦਾ ਭੱਜ ਗਿਆ, ਤਦੋਂ ਆਪ ਹੀ ਕ੍ਰੋਧਵਾਨ ਹੋ ਕੇ ਚੰਡੀ ਨਾਲ ਯੁੱਧ ਕਰਨ ਲੱਗਿਆ। ਚੰਡ ਪ੍ਰਚੰਡ ਸੋ ਯੁੱਧ ਕਰਿਓ, ਅਸ ਹਾਥ ਛੁਟਿਓ ਮਨ ਨਾਹੀਂ ਗਿਰਿਓ ਹੈ। ਉਸਨੇ ਪ੍ਰਚੰਡ ਚੰਡੀ ਨਾਲ ਯੁੱਧ ਕੀਤਾ ਅਤੇ ਉਸਦੇ ਹੱਥੋਂ ਤਲਵਾਰ ਛੁੱਟ ਗਈ, ਪਰ ਉਸਦਾ ਮਨੋਬਲ ਨਾ ਡਿੱਗਿਆ। ਲੈ ਕੇ ਕੁਵੰਡ ਕਰਨ ਬਲ ਤਾਰ ਕੇ ਸ਼੍ਰੋਣ ਸਮੂਹ ਮੈਂ ਐਸੇ ਤਰਿਓ ਹੈ। ਹੱਥ ਵਿੱਚ ਧਨੁਸ਼ ਧਾਰਨ ਕਰਕੇ ਅਤੇ ਪੂਰੀ ਸ਼ਕਤੀ ਇਕੱਠੀ ਕਰਕੇ ਲਹੂ ਦੇ ਸਾਗਰ ਵਿੱਚ ਇੰਜ ਤਰਿਆ ਹੈ। ਦੇਵ ਅਦੇਵ ਸਮੁੰਦਰ ਮਥਿਓ, ਮਾਨੋ ਮੇਰ ਕੋ ਮੱਧ ਤਰਿਓ ਸੂ ਫਿਰਿਓ ਹੈ। ਮਾਨੋ ਦੇਵਤਿਆਂ ਤੇ ਦੈਂਤਾਂ ਨੇ ਸਮੁੰਦਰ ਰਿੜਕਿਆ ਹੋਵੇ ਅਤੇ ਉਸ ਵਿੱਚ ਸੁਮੇਰ ਪਰਬਤ ਦੇ ਸਮਾਨ ਮਦਾਣੇ ਵਾਂਗ ਰਕਤ ਬੀਜ ਫਿਰਿਆ ਹੋਵੇ। ਕ੍ਰੁੱਧ ਕੇ ਜੁੱਧ ਕੇ ਦੈਤ ਬਲੀ ਨਦ ਸ਼੍ਰੋਣ ਕੋ ਤੈਰ ਕੇ ਪਾਰ ਪਧਾਰਿਓ। ਬਲਵਾਨ ਦੈਂਤ ਨੇ ਕ੍ਰੋਧਿਤ ਹੋ ਕੇ ਯੁੱਧ ਲਈ ਲਹੂ ਦੀ ਨਦੀ ਨੂੰ ਤਰ ਕੇ ਪਾਰ ਕੀਤਾ। ਲੈ ਕਰ ਵਾਰ ਓ ਡਾਰ ਸੰਭਾਰ ਕੇ, ਸਿੰਘ ਕੋ ਦੌੜ ਕੇ ਜਾਈ ਹਕਾਰਿਓ। ਤਲਵਾਰ ਅਤੇ ਡਾਲ ਨੂੰ ਸੰਭਾਲ ਕੇ ਦੌੜਦੇ ਹੋਇਆਂ ਸ਼ੇਰ ਨੂੰ ਜਾ ਲਲਕਾਰਿਆ। ਆਵਤ ਪੇਖ ਕੇ ਚੰਡ ਕੁਵੰਡ ਤੇ, ਬਾਨ ਲਗਿਓ ਤਨ ਮੂਰਛ ਪਾਰਿਓ। ਉਸਨੂੰ ਆਉਂਦਿਆਂ ਵੇਖ ਕੇ ਚੰਡੀ ਨੇ ਧਨੁਸ਼ ਨਾਲ ਤੀਰ ਸਾਧ ਕੇ ਮਾਰਿਆ, ਜਿਸ ਦੇ ਲੱਗਦਿਆਂ ਹੀ ਦੈਂਤ ਦੇ ਸਰੀਰ ਨੂੰ ਮੂਰਛਿਤ ਕਰ ਦਿੱਤਾ। ਰਾਮ ਕੇ ਪ੍ਰਾਤਨ ਜਿਉ ਹਨੂਮਾਨ ਕੋ, ਸੈਲ ਸਮੇਤ ਤਰਾ ਪਰ ਡਾਰਿਓ। ਜਿਵੇਂ ਰਾਮ ਦੇ ਛੋਟੇ ਭਰਾ ਭਰਤ ਨੇ ਸੰਜੀਵਨੀ ਬੂਟੀ ਵਾਲੇ ਪਰਬਤ ਸਹਿਤ ਹਨੂਮਾਨ ਨੂੰ ਧਰਤੀ ਉੱਤੇ ਡਿਗਾ ਦਿੱਤਾ ਸੀ। ਫੇਰ ਉਠਿਓ ਕਰ ਲੈ ਕਰ ਵਾਰ ਕੋ, ਚੰਡ ਪ੍ਰਚੰਡ ਸਿਉ ਯੁੱਧ ਕਰਿਓ ਹੈ। ਹੱਥ ਵਿੱਚ ਤਲਵਾਰ ਲੈ ਕੇ ਫਿਰ ਉੱਠਿਆ ਅਤੇ ਪ੍ਰਚੰਡ ਚੰਡੀ ਨਾਲ ਯੁੱਧ ਕਰਨਾ ਸ਼ੁਰੂ ਕਰ ਦਿੱਤਾ। ਕਾਇਲ ਕੇ ਤਨ ਕੇਹਰ ਤੇ ਬਹਿ ਸ਼੍ਰੋਣ ਸਮੂਹ ਤਰਾਨ ਪਰਿਓ ਹੈ। ਉਸਨੇ ਸ਼ੇਰ ਨੂੰ ਕਾਇਲ ਕਰ ਦਿੱਤਾ ਹੈ ਅਤੇ ਉਸ ਦੇ ਜ਼ਖਮ ਤੋਂ ਬਹੁਤ ਸਾਰਾ ਲਹੂ ਧਰਤੀ ਉੱਤੇ ਡੁੱਲ ਗਿਆ। ਸੋ ਉਪਮਾ ਕਬ ਨੇ ਬਰਨੀ, ਮਨ ਕੀ ਹਰਨੀ ਤਹਿ ਨਾਉ ਤਰਿਓ ਹੈ। ਉਸ ਦੀ ਉਪਮਾ ਕਵੀ ਨੇ ਵਰਣਨ ਕੀਤੀ ਹੈ। ਉਸ ਦਾ ਨਾਂ ਮਨ ਨੂੰ ਹਰਨ ਵਾਲੀ ਮਨਮੋਹਕ ਰੱਖ ਦਿੱਤਾ ਹੈ। ਗੇਰੂ ਨੰਗ ਪਰ ਕੇ ਪਰ ਬਰਖਾ ਤਰਨੀ, ਪਰ ਮਾਰਨ ਪਰਮਾਨਹੁ। ਗੇਰੂ ਨਗਮ ਪਰ ਕੇ ਬਰਖਾ ਤਰਨੀ, ਪਰਮਾਨਹੁ ਰੰਗ ਡਰਿਓ ਹੈ। ਮਾਨੋ ਗੇਰੂ ਦੇ ਪਰਬਤ ਉੱਤੇ ਵਰਸ਼ਾ ਹੋਣ ਕਰਕੇ ਧਰਤੀ ਉੱਤੇ ਉਸਦਾ ਰੰਗ ਡੁੱਲ ਗਿਆ ਹੋਵੇ। ਸ਼੍ਰੋਣਤ ਬਿੰਦ ਸੋ ਚੰਡ ਪ੍ਰਚੰਡ ਸੂ, ਯੁੱਧ ਕਰਿਓ ਰਨ ਮਦ ਰੁਹੇਲੀ। ਕ੍ਰੋਧਵਾਨ ਹੋ ਕੇ ਪ੍ਰਚੰਡ ਚੰਡੀ ਨੇ ਯੁੱਧ ਭੂਮੀ ਵਿੱਚ ਰਕਤ ਬੀਜ ਨਾਲ ਘੋਰ ਲੜਾਈ ਕੀਤੀ। ਪੈ ਦਲ ਮੈਂ ਦਲ ਮੀਜ ਦਇਓ, ਤਿਲ ਤੇ ਜਿਮ ਤੇਲ ਨਿਕਾਰਤ ਤੇਲੀ। ਵੈਰੀ ਦੇ ਦਲ ਵਿੱਚ ਵੜ ਕੇ ਪਲ ਵਿੱਚ ਹੀ ਮਿਧ ਦਿੱਤਾ ਹੈ, ਜਿਵੇਂ ਤਿਲਾਂ ਤੋਂ ਤੇਲੀ ਤੇਲ ਕੱਢਦਾ ਹੈ। ਸ਼੍ਰੋਣ ਪਰਿਓ ਤਰਨੀ, ਪਰ ਚਵੈ
रंग रेज की रेनी ज्यों फूट के फैली। श्रोण पर्यो तरनी पर चुए रंग रेज की रेनी ज्यों फूट के फैली। ਧਰਤੀ ਉੱਤੇ ਲਹੂ ਇਸ ਤਰ੍ਹਾਂ ਚੋਇਆ ਪਿਆ ਸੀ ਜਿਵੇਂ ਲਿਲਾਰੀ ਰੰਗਰੇਜ਼ ਦੀ ਰੰਗ ਦੀ ਮਟਕੀ ਰੇਨੀ ਟੁੱਟ ਕੇ ਫੈਲ ਗਈ ਹੈ। ਕਾਓ ਲਸੇ ਤਨ ਦੈਤ ਕੋ ਯੋ ਜਨ ਦੀਪਕ ਮਦ ਫਨੂਸ ਕੀ ਥੈਲੀ। ਦੈਂਤ ਰਕਤ ਬੀਜ ਦੇ ਸਰੀਰ ਉੱਤੇ ਜ਼ਖਮ ਇੰਝ ਲਿਸ਼ਕ ਰਹੇ ਹਨ ਮਾਨੋ ਫਾਨੂਸ ਝਾੜ ਦੀ ਥੈਲੀ ਵਿੱਚ ਦੀਵੇ ਜਗ ਰਹੇ ਹੋਣ। ਸਰਾਉਂਤ ਬਿੰਦ ਕੋ ਸਰਾਉਣ ਪਰਿਓ ਤਰ ਸਰਾਉਣਤ ਬਿੰਦ ਅਨੇਕ ਪਏ ਹੈ। ਰਕਤ ਬੀਜ ਦਾ ਲਹੂ ਧਰਤੀ ਉੱਤੇ ਪਿਆ ਹੈ ਤਾਂ ਉਸ ਤੋਂ ਅਨੇਕ ਰਕਤ ਬੀਜ ਪੈਦਾ ਹੋ ਗਏ ਹਨ। ਚੰਡ ਪ੍ਰਚੰਡ ਕੁਵੰਡ ਸੰਭਾਰ ਕੇ ਬਾਨਨ ਸਾਥ ਸੰਘਾਰ ਦਏ ਹੈ। ਪ੍ਰਚੰਡ ਚੰਡੀ ਨੇ ਧਨੁਸ਼ ਨੂੰ ਸੰਭਾਲ ਕੇ ਬਾਣਾਂ ਨਾਲ ਸਾਰੇ ਮਾਰ ਦਿੱਤੇ ਹਨ। ਸ਼੍ਰਵਣ ਸਮੂਹ ਸਮਾਏ ਗਏ ਬਹੁਰੋ ਸੂ ਪਏ ਹੱਥ ਫੇਰ ਲਏ ਹੈ। ਜਦੋਂ ਸਾਰੇ ਰਕਤ ਬੀਜ ਸਮੇਟ ਦਿੱਤੇ ਗਏ ਤਦੋਂ ਫਿਰ ਹੋਰ ਹੋ ਗਏ ਹਨ ਅਤੇ ਉਹਨਾਂ ਨੂੰ ਵੀ ਫਿਰ ਚੰਡੀ ਨੇ ਮਾਰ ਦਿੱਤਾ। ਬਾਰਿਦ ਤਾਰ ਪਰੇ ਤਰਨੀ ਮਾਨੋ ਬਿੰਬਰ ਹੋਏ ਮਿਟ ਕੇ ਜੂ ਗਏ ਹੈ। ਮਾਨੋ ਮੀਂਹ ਪੈਣ ਨਾਲ ਧਰਤੀ ਤੋਂ ਬੁਲਬੁਲੇ ਪੈਦਾ ਹੁੰਦੇ ਹਨ ਮਿਟਦੇ ਹੋਏ ਚਲੇ ਜਾਂਦੇ ਹਨ। ਜੇਤਕ ਸ਼੍ਰਵਣ ਕੀ ਬੂੰਦ ਗਿਰੇ ਰਨ ਤੇਤਕ ਸ਼੍ਰਵਣਤ ਬਿੰਦ ਹੋਏ ਆਈ। ਜਿਤਨੀਆਂ ਲਹੂ ਦੀਆਂ ਬੂੰਦਾਂ ਰਣ ਭੂਮੀ ਵਿੱਚ ਡਿੱਗਦੀਆਂ ਹਨ ਉਤਨੇ ਹੀ ਰਕਤ ਬੀਜ ਪੈਦਾ ਹੋ ਜਾਂਦੇ ਹਨ। ਮਾਰ ਹੀ ਮਾਰ ਪੁਕਾਰ ਹਕਾਰ ਕੇ ਚੰਡ ਪ੍ਰਚੰਡ ਕੇ ਸਾਮੂ ਹੀ ਤਾਈ। ਦੈਂਤ ਮਾਰੋ ਮਾਰੋ ਪੁਕਾਰਦੇ ਹੋਏ ਲਲਕਾਰੇ ਮਾਰਦੇ ਪ੍ਰਚੰਡ ਚੰਡੀ ਦੇ ਸਾਹਮਣੇ ਢੁਕਦੇ ਹਨ। ਪੇਖ ਕੇ ਕੌਤੁਕ ਤਾਂ ਛਿਨਮੈ ਕਵ ਨੇ ਮਨ ਮੈਂ ਉਪਮਾ ਠਹਿਰਾਈ। ਉਸ ਛਿਣ ਦੇ ਕੌਤਕ ਨੂੰ ਵੇਖ ਕੇ ਕਵੀ ਦੇ ਮਨ ਵਿੱਚ ਉਪਮਾ ਸੁਝਦੀ ਹੈ। ਮਾਨਹੁ ਸੀਸ ਮਹਿਲ ਕੇ ਬੀਚ ਸਿਉ ਮੂਰਤ ਏਕ ਅਨੇਕ ਕੀ ਛਾਈ। ਮਾਨੋ ਸ਼ੀਸ਼ ਮਹਿਲ ਵਿੱਚ ਇੱਕੋ ਮੂਰਤ ਅਨੇਕ ਦਾ ਝਾਉਲਾ ਦਿੰਦੀ ਹੈ। ਸ਼੍ਰਵਣਤ ਬਿੰਦ ਅਨੇਕ ਉਠੇ ਰਨ ਕ੍ਰੁੱਧ ਕੇ ਯੁੱਧ ਕੋ ਫੇਰ ਜੁਟੇ ਹੈ। ਅਨੇਕਾਂ ਰਕਤ ਬੀਜ ਯੁੱਧ ਭੂਮੀ ਵਿੱਚ ਉੱਠ ਕੇ ਕ੍ਰੋਧ ਨਾਲ ਫਿਰ ਜੰਗ ਵਿੱਚ ਜੁਟ ਗਏ ਹਨ। ਚੰਡ ਪ੍ਰਚੰਡ ਕਮਾਨ ਤੇ ਬਾਨ ਸੁਪਾਨ ਕੀ ਅੰਸ ਸਮਾਨ ਛੁਟੇ ਹੈ। ਪ੍ਰਚੰਡ ਚੰਡੀ ਦੀ ਕਮਾਨ ਤੋਂ ਸੂਰਜ ਦੀਆਂ ਕਿਰਨਾਂ ਵਾਂਗ ਤੀਰ ਛੁੱਟਦੇ ਹਨ। ਮਾਰ ਬਿਦਾਰ ਦਏ ਸੂ ਪਏ ਫਿਰ ਲੈ ਮੁੰਗਰਾ ਜਿਮ ਤਾਨ ਕੁਟੇ ਹੈ। ਚੰਡੀ ਨੇ ਉਹਨਾਂ ਨੂੰ ਮਾਰ ਕੇ ਨਸ਼ਟ ਕਰ ਦਿੱਤਾ ਹੈ ਪਰ ਉਹ ਫਿਰ ਹੋਰ ਹੋ ਗਏ ਹਨ। ਦੇਵੀ ਉਹਨਾਂ ਨੂੰ ਇੰਝ ਕੁੱਟਦੀ ਹੈ ਜਿਵੇਂ ਮੁਹੱਲੇ ਨਾਲ ਤਾਨ ਕੁੱਟਿੰਦੇ ਹਨ। ਚੰਡ ਦਏ ਸਿਰ ਖੰਡ ਜੁਦੇ ਕਰ ਬਿਲਨ ਤੇ ਜਨ ਬਿਲ ਟੂਟੇ ਹੈ। ਚੰਡੀ ਨੇ ਖੰਡੇ ਨਾਲ ਉਹਨਾਂ ਦੇ ਸਿਰ ਇੰਝ ਵੱਖਰੇ ਕਰ ਦਿੱਤੇ ਹਨ ਮਾਨੋ ਬਿਲ ਬ੍ਰਿਛ ਨਾਲੋਂ ਬਿਲਫਲ ਟੁੱਟੇ ਹੋਣ।
श्रवणत बिंद अनेक पए, अस लैकर चंड सो ऐसे उठे है। ਰਕਤ ਬੀਜ ਅਨੇਕ ਪੈਦਾ ਹੋ ਕੇ ਤਲਵਾਰਾਂ ਫੜ ਕੇ ਚੰਡੀ ਵੱਲ ਇਸ ਤਰ੍ਹਾਂ ਉੱਠ ਕੇ ਵੱਧਦੇ ਹਨ। ਬੋਂਦਨ ਤੇ ਉੱਠ ਕੇ ਬਹੁ ਦਾਨਵ ਬਾਨਨ ਬਾਰਿਦ ਜਾਨ ਵੁਠੇ ਹੈ। ਲਹੂ ਦੀਆਂ ਬੂੰਦਾਂ ਤੋਂ ਦੈਂਤ ਪੈਦਾ ਹੋ ਰਹੇ ਹਨ ਅਤੇ ਉਹ ਇੰਜ ਤੀਰ ਚਲਾਉਂਦੇ ਹਨ ਮਾਨੋ ਬਦਲਾ ਨੇ ਝੜੀ ਲਾਈ ਹੋਵੇ। ਫੇਰ ਕੁਵੰਡ ਪ੍ਰਚੰਡ ਸੰਭਾਰ ਕੇ ਬਾਣ ਪ੍ਰਹਾਰ ਸੰਘਾਰ ਸੁਟੇ ਹਨ। ਪ੍ਰਚੰਡ ਚੰਡੀ ਨੇ ਫਿਰ ਧਨੁਸ਼ ਸੰਭਾਲ ਕੇ ਤੀਰਾਂ ਦੀ ਮਾਰ ਨਾਲ ਸਾਰੇ ਸੰਘਾਰ ਦਿੱਤੇ ਹਨ। ऐसे उठे फिर श्रवण ते दैत सो मानहु सीत ते रोम उठे है। पर फिर लहू तो दैंत इंज उठ रहे ਹਨ मानो ठंड नाल रोम खड़े हो गए हों। श्रवणत बिंद पए इकट्ठे बर चंड प्रचंड के घेर लियो है। ਸਾਰੇ ਰਕਤ ਬੀਜ ਇਕੱਠੇ ਹੋ ਗਏ ਹਨ ਅਤੇ ਜ਼ੋਰ ਨਾਲ ਪ੍ਰਚੰਡ ਚੰਡੀ ਨੂੰ ਘੇਰ ਲਿਆ ਹੈ। ਚੰਡ ਓ ਸਿੰਘ ਦਿਹੋਂ ਮਿਲ ਕੇ ਸਭ ਦੈਤਨ ਕੋ ਦਲ ਮਾਰ ਦਿਓ ਹੈ। ਚੰਡੀ ਅਤੇ ਸ਼ੇਰ ਨੇ ਮਿਲ ਕੇ ਦੈਂਤਾਂ ਦੀ ਸਾਰੀ ਸੈਨਾ ਨੂੰ ਮਾਰ ਦਿੱਤਾ ਹੈ। ਫੇਰ ਉਠੇ ਧੁਨ ਕੇ ਕਰ ਕੇ ਸੁਣ ਕੇ ਮੁਨ ਕੇ ਛੁੱਟ ਧਿਆਨ ਗਇਓ ਹੈ। ਉਹਨਾਂ ਨੇ ਫਿਰ ਉੱਠ ਕੇ ਅਜਿਹੀ ਧੁਨ ਕੀਤੀ ਜਿਸ ਨੂੰ ਸੁਣ ਕੇ ਮੁਨੀਆਂ ਦਾ ਧਿਆਨ ਛੁੱਟ ਗਿਆ। ਭੁੱਲ ਗਏ ਸੁਰ ਕੇ ਅਸਵਾਨ ਗੁਮਾਨ ਨਾ, ਸਰਉਣਤ ਬਿੰਦ ਗਇਓ ਹੈ। ਦੇਵਤਿਆਂ ਦੀ ਹੋਸ਼ ਗੁੰਮ ਹੋ ਗਈ ਹੈ, ਪਰ ਰਕਤ ਬੀਜ ਦਾ ਗੁਮਾਨ ਨਹੀਂ ਮਿਟਿਆ ਹੈ। ਦੋਹਰਾ। ਰਕਤ ਬੀਜ ਸੋ ਚੰਡਿਕਾ ਇਉ ਕੀਨੋ ਬਰ ਜੁਧ। ਰਕਤ ਬੀਜ ਨਾਲ ਚੰਡੀ ਨੇ ਇਸ ਤਰ੍ਹਾਂ ਦਾ ਸ਼੍ਰੇਸ਼ਟ ਯੁੱਧ ਕੀਤਾ। ਅਗਨਤ ਭਏ ਦਾਨਵ ਤਬੇ ਕਛ ਨਾ ਬਸਾਇਓ ਕ੍ਰੁਧ। ਪਰ ਤਦ ਹੀ ਅਣਗਿਣਤ ਦੈਂਤ ਪੈਦਾ ਹੋ ਗਏ ਅਤੇ ਉਹਨਾਂ ਉੱਤੇ ਦੇਵੀ ਦੇ ਕ੍ਰੋਧ ਦਾ ਕੋਈ ਵਸ ਨਾ ਚੱਲਿਆ। ਸਵਈਆ। ਪੇਖ ਦਸੋ ਦਿਸ ਤੇ ਬਹੁ ਦਾਨਵ ਚੰਨ ਪ੍ਰਚੰਡ ਤਜ ਅੱਖੀਆਂ। ਦਸਾਂ ਦਿਸ਼ਾਵਾਂ ਤੋਂ ਬਹੁਤ ਸਾਰੇ ਦੈਂਤਾਂ ਨੂੰ ਵੇਖ ਕੇ ਪ੍ਰਚੰਡ ਚੰਡੀ ਨੇ ਅੱਖਾਂ ਤਰਨ ਲਈਆਂ। ਤਬ ਲੈ ਕੇ ਕਿਰਪਾਨ ਜੂ ਕਾਟ ਦੇ, ਅਰ ਫੂਲ ਗੁਲਾਬ ਕੀ ਜਿਉਂ ਪੱਖੀਆਂ। ਤਦੋਂ ਤਲਵਾਰ ਲੈ ਕੇ ਗੁਲਾਬ ਦੀਆਂ ਪੰਖੜੀਆਂ ਵਾਂਗ ਵੈਰੀਆਂ ਨੂੰ ਕੱਟ ਦਿੱਤਾ। श्रवण की छीट परी तन चंड के सो उपमा कव ने लखिया। ਚੰਡੀ ਦੇ ਸਰੀਰ ਉੱਤੇ ਲਹੂ ਦੀ ਇੱਕ ਛਿੱਟ ਆ ਪਈ। ਉਸ ਦ੍ਰਿਸ਼ ਦੀ ਉਪਮਾ ਕਵੀ ਨੇ ਇਹ ਸੁਝੀ। ਜਨ ਕੰਚਨ ਮੰਦਿਰ ਮੈਂ ਜਰੀਆਂ, ਜਰ ਲਾਲ ਮਨ ਜੂ ਬਣਾ ਰੱਖੀਆਂ। ਮਾਨੋ ਸੋਨੇ ਦੇ ਘਰ ਵਿੱਚ ਜੜੀਏ ਨੇ ਸੋਨੇ ਵਿੱਚ ਲਾਲ ਮਣੀ ਫਬਾ ਕੇ ਰੱਖੀ ਹੋਵੇ। ਕ੍ਰੁੱਧ ਕੇ ਜੁਧ ਕਰਿਓ ਬਹੁ ਚੰਡ ਨੇ, ਏਤੋ ਕਰਿਓ ਮਦ ਸੋ ਅਭਿਨਾਸੀ। ਚੰਡੀ ਨੇ ਬਹੁਤ ਕ੍ਰੋਧ ਕਰਕੇ ਯੁੱਧ ਕੀਤਾ ਅਤੇ ਇਸ ਤਰ੍ਹਾਂ ਕੀਤਾ ਜਿਵੇਂ ਮਧੂ ਦੈਂਤ ਨਾਲ ਵਿਸ਼ਨੂੰ ਅਬਿਨਾਸ਼ੀ ਨੇ ਕੀਤਾ ਸੀ। दैतन के बद्र कारण को निज पाल ते जुआल की लाट निकासी।
ਦੈਂਤਾਂ ਦੇ ਮਾਰਨ ਲਈ ਚੰਡੀ ਨੇ ਆਪਣੇ ਮੱਥੇ ਤੋਂ ਅੱਗ ਦੀ ਇੱਕ ਲਾਟ ਕੱਢ ਲਈ। ਕਾਲੀ ਪ੍ਰਤੱਛ ਪਈ ਤਹਿ ਤੇ ਰਨ ਫੈਲ ਰਹੀ ਪਏ ਪੀਰ ਪ੍ਰਭਾਸੀ। ਉਸ ਲਾਟ ਤੋਂ ਕਾਲੀ ਪ੍ਰਗਟ ਹੋਈ ਜੋ ਯੁੱਧ ਭੂਮੀ ਵਿੱਚ ਡਰਪੋਕਾਂ ਲਈ ਪੈ ਦੀ ਚਮਕ ਬਣ ਕੇ ਪਸਰ ਗਈ ਹੈ। ਅਥਵਾ ਕਾਲੀ ਇੰਜ ਪ੍ਰਗਟ ਹੋਈ। ਮਾਨਹੁ ਸ੍ਰਿੰਗ ਸੁਮੇਰ ਕੋ ਫੋਰ ਕੇ ਤਾਰ ਪਰੀ ਤਰ ਪੈ ਜਮੁਨਾ ਸੀ। ਮਾਨੋ ਸੁਮੇਰ ਪਰਬਤ ਦੀ ਚੋਟੀ ਨੂੰ ਭੰਨ ਕੇ ਧਰਤੀ ਉੱਤੇ ਜਮਨਾ ਦੀ ਤਾਰ ਪਈ ਹੋਵੇ। ਮੇਰ ਹਲਿਓ ਦਹਿਲਿਓ ਸੁਰਲੋਕ ਦਸੋ ਦਿਸ ਭੂਤਰ ਪਾਜਤ ਪਾਰੀ। ਉਸ ਵੇਲੇ ਸੁਮੇਰ ਪਰਬਤ ਹਿਲ ਗਿਆ, ਦੇਵਨਗਰੀ ਸਹਿਮ ਗਈ ਅਤੇ 10 ਦਿਸ਼ਾਵਾਂ ਵਿੱਚ ਵੱਡੇ ਵੱਡੇ ਪਰਬਤ ਭੱਜਣ ਲੱਗ ਗਏ। ਚਾਲ ਪਰਿਓ ਤਹਿ 14 ਲੋਕ ਮੈਂ ਬ੍ਰਹਮ ਪਇਓ ਮਨ ਮੈਂ ਬ੍ਰਹਮਪਾਰੀ। 14 ਲੋਕਾਂ ਵਿੱਚ ਹਲਚਲ ਮਚ ਗਈ ਅਤੇ ਬ੍ਰਹਮਾ ਦੇ ਮਨ ਵਿੱਚ ਵੀ ਭਾਰੀ ਭਰਮ ਪੈਦਾ ਹੋ ਗਿਆ। ਧਿਆਨ ਰਹਿਓ ਨਾ ਜਟੀ ਸੂ ਫਟੀ ਧਰਿਓ ਬਲ ਕੈ ਰਨ ਮੈਂ ਕਿਲਕਾਰੀ। ਸ਼ਿਵ ਜਟੀ ਦਾ ਧਿਆਨ ਵੀ ਲੱਗਿਆ ਨਾ ਰਹਿ ਸਕਿਆ ਅਤੇ ਧਰਤੀ ਵੀ ਫਟ ਗਈ ਜਦੋਂ ਬਲਪੂਰਵਕ ਚੰਡੀ ਨੇ ਕਿਲਕਾਰੀ ਮਾਰੀ। ਦੈਤਨ ਕੇ ਬਦਕਾਰਨ ਕੋ ਕਰ ਕਾਲ ਸੀ ਕਾਲੀ ਕਿਰਪਾਨ ਸੰਭਾਰੀ। ਦੈਂਤਾਂ ਦੇ ਮਾਰਨ ਲਈ ਕਾਲੀ ਨੇ ਹੱਥ ਵਿੱਚ ਕਾਲ ਸਮਾਨ ਕਿਰਪਾਨ ਨੂੰ ਧਾਰਨ ਕਰ ਲਿਆ। ਦੋਹਰਾ। ਚੰਡੀ ਕਾਲੀ ਦੁਹੂ ਮਿਲ ਕੀਨੋ ਇਹ ਵਿਚਾਰ। ਚੰਡੀ ਅਤੇ ਕਾਲੀ ਨੇ ਮਿਲ ਕੇ ਇਹ ਵਿਚਾਰ ਬਣਾਇਆ ਕਿ ਹਉ ਹਨ ਹੋ ਤੂੰ ਸ੍ਰਵਣ ਪੀ ਅਰ ਦਲ ਡਾਰਹੀ ਮਾਰ। ਮੈਂ ਚੰਡੀ ਮਾਰਦੀ ਹਾਂ ਅਤੇ ਤੂੰ ਕਾਲੀ ਲਹੂ ਪੀਂਦੀ ਹਾਂ। ਇਸ ਤਰ੍ਹਾਂ ਅਸੀਂ ਵੈਰੀ ਦਲ ਮਾਰ ਦਿਆਂਗੇ। ਸਵਈਆ। ਕਾਲੀ ਔ ਕੇਹਰ ਸੰਗ ਲੈ ਚੰਡ ਸੂ ਕੇਰੇ ਸਭੇ ਬਨ ਜੈਸੇ ਦਵਾ ਪੈ। ਕਾਲੀ ਅਤੇ ਸ਼ੇਰ ਨੂੰ ਨਾਲ ਲੈ ਕੇ ਚੰਡੀ ਨੇ ਸਾਰੇ ਰਕਤ ਬੀਜਾਂ ਨੂੰ ਘੇਰ ਲਿਆ ਜਿਵੇਂ ਬਨ ਨੂੰ ਦਾਵਾਂ ਅਗਨੀ ਪੈ ਜਾਂਦੀ ਹੈ। ਚੰਡੀ ਕੇ ਬਾਨਨ ਤੇਜ ਪ੍ਰਭਾਵ ਤੇ ਦੈਂਤ ਜਰੇ ਜੈਸੇ ਈਟ ਅਵਾ ਪੈ। ਚੰਡੀ ਦੇ ਬਾਣਾਂ ਦੇ ਤੇਜ ਦੇ ਪ੍ਰਭਾਵ ਕਾਰਨ ਦੈਂਤ ਇਸ ਤਰ੍ਹਾਂ ਸੜ ਗਏ ਜਿਸ ਤਰ੍ਹਾਂ ਇੱਟਾਂ ਆਵੇ ਵਿੱਚ ਸੜਦੀਆਂ ਹਨ। ਕਾਲਿਕਾ ਸ੍ਰਵਣ ਪਿਓ ਤਿਨ ਕੋ ਕਵੀ ਨੇ ਮਨ ਮੈਂ ਲਿਓ ਭਾਉ ਪਵਾ ਹੈ। ਕਾਲਕਾ ਨੇ ਉਹਨਾਂ ਦਾ ਲਹੂ ਪੀ ਲਿਆ। ਕਵੀ ਦੇ ਮਨ ਵਿੱਚ ਇਸ ਦ੍ਰਿਸ਼ ਨੂੰ ਵੇਖ ਕੇ ਭਵਾਂ ਪ੍ਰਤ ਇਹ ਭਾਵ ਪੈਦਾ ਹੋਇਆ। ਮਾਨਹੁ ਸਿੰਧੁ ਕੇ ਨੀਰ ਸਭੇ ਮਿਲ ਤਾਇ ਕੇ ਜਾਏ ਪਰੇ। ਮਾਨਹੁ ਸਿੰਧੁ ਕੇ ਨੀਰ ਸਭੇ ਮਿਲ ਤਾਇ ਕੇ ਜਾਏ ਪਰੋ ਹੈ ਤਵਾ ਪੈ। ਮਾਨੋ ਸਮੁੰਦਰ ਦਾ ਸਾਰਾ ਜਲ ਮਿਲ ਕੇ ਗਰਮ ਤਵੇ ਉੱਤੇ ਜਾ ਪਿਆ ਹੋਵੇ ਕਿਉਂਕਿ ਜਲ ਗਰਮ ਤਵੇ ਉੱਤੇ ਪੈਂਦਿਆਂ ਹੀ ਖਤਮ ਹੋ ਜਾਂਦਾ ਹੈ। ਚੰਡ ਹਨੇ ਅਰ ਕਾਲਿਕਾ ਕੋਪ ਕੇ ਸ੍ਰਵਣਤ ਬਿੰਦਨ ਸੋ ਇਹ ਕੀਨੋ। ਚੰਡੀ ਨੇ ਮਾਰਿਆ ਅਤੇ ਕਾਲਕਾ ਨੇ ਕ੍ਰੋਧਵਾਨ ਹੋ ਕੇ ਰਕਤ ਬੀਜਾਂ ਨਾਲ ਇਸ ਤਰ੍ਹਾਂ ਕੀਤਾ। ਖਗ ਸੰਭਾਰ ਹਕਾਰ ਤਬੇ
ਕਿਲਕਾਰ ਬਿਦਾਰ ਸਭੇ ਦਲ ਤੀਨੋਂ। ਤਦੋਂ ਤਲਵਾਰ ਸੰਭਾਲ ਕੇ ਅਤੇ ਵੰਗਾਰ ਕੇ ਕਿਲਕ ਮਾਰ ਕੇ ਸਾਰੇ ਦੈਂਤ ਦਲ ਨਸ਼ਟ ਕਰ ਦਿੱਤੇ। ਆਮਿਕ ਸ਼੍ਰੋਣ ਆਮਿਕ ਸ਼੍ਰੋਣ ਅਚਿਓ ਬਹੁ ਕਾਲਿਕਾ ਤਾ ਛਬ ਮੈਂ ਕਵੀ। ਆਮਿਕ ਸ਼੍ਰੋਣ ਅਚਿਓ ਬਹੁ ਕਾਲਿਕਾ ਤਾ ਛਬ ਮੈਂ ਕਵ ਇਉਂ ਮਨ ਚੀਨੋ। ਕਾਲਕਾ ਨੇ ਬਹੁਤ ਮਾਸ ਖਾਇਆ ਅਤੇ ਲਹੂ ਪੀਤਾ। ਇਸ ਦ੍ਰਿਸ਼ ਦੀ ਛਵੀ ਕਵੀ ਦੇ ਮਨ ਵਿੱਚ ਇੰਝ ਪਈ, ਮਾਨੋ ਚੂਤਾਤੁਰ ਹੋਏ ਕੇ ਮਨੁੱਚ ਸੂ ਸਾਲਨ ਲਾਸਹੀ ਸੋ ਬਹੁ ਪੀਨੋ। ਮਾਨੋ ਭੁੱਖ ਨਾਲ ਆਤੁਰ ਹੋਏ ਮਨੁੱਖ ਨੇ ਬਹੁਤ ਸਾਰਾ ਸ਼ੋਰਬਾ ਪੀਤਾ ਹੋਵੇ ਅਤੇ ਸਲੂਣਾ ਖਾਇਆ ਹੋਵੇ। ਜੁਧ ਰਕਤ ਬੀਜ ਕਰਿਓ ਧਰਨੀ ਪਰ ਸੋ ਸੁਰ ਦੇਖਤ ਸਾਰੇ। ਰਕਤ ਬੀਜ ਨੇ ਧਰਤੀ ਉੱਤੇ ਜੋ ਯੁੱਧ ਕੀਤਾ ਉਸਨੂੰ ਸਾਰੇ ਦੇਵਤੇ ਵੇਖਦੇ ਸਨ। ਜੇਤਕ ਸ਼੍ਰੋਣ ਕੀ ਬੂੰਦ ਗਿਰੇ ਉਠ ਤੇਤਕ ਰੂਪ ਅਨੇਕ ਹੀ ਤਾਰੇ। ਲਹੂ ਦੀਆਂ ਜਿਤਨੀਆਂ ਵੀ ਬੂੰਦਾਂ ਡਿੱਗਦੀਆਂ ਸਨ ਉਹਨਾਂ ਤੋਂ ਅਨੇਕ ਰੂਪ ਧਾਰ ਕੇ ਦੈਂਤ ਉੱਠ ਖੜੋਂਦੇ ਸਨ। ਜੁਗਨ ਆਨ ਫਿਰ ਚਹੂੰ ਔਰ ਤੇ ਸੀਸ ਜਟਾ ਕਰ ਖੱਪਰ ਪਾਰੇ। ਜੋਗਣੀਆਂ ਚੌਹਾਂ ਪਾਸਿਆਂ ਵੱਲ ਪਸਰ ਗਈਆਂ ਸਨ, ਜਿਨ੍ਹਾਂ ਦੇ ਸਿਰ ਉੱਤੇ ਜਟਾਵਾਂ ਹਨ ਅਤੇ ਹੱਥਾਂ ਵਿੱਚ ਵੱਡੇ ਵੱਡੇ ਖੱਪਰ ਹਨ। ਸ਼੍ਰੋਣਤ ਬੂੰਦ ਪਰੇ ਅਚਵੈ ਸਭ ਖਗ ਲੈ ਚੰਡ ਪ੍ਰਚੰਡ ਸੰਘਾਰੇ। ਜਿਹੜੀਆਂ ਲਹੂ ਦੀ ਬੂੰਦ ਖੱਪਰਾਂ ਵਿੱਚ ਪੈਂਦੀਆਂ ਹਨ ਉਹ ਸਾਰੀਆਂ ਪੀ ਜਾਂਦੀਆਂ ਹਨ ਅਤੇ ਪ੍ਰਚੰਡ ਚੰਡੀ ਤਲਵਾਰ ਨਾਲ ਸਭ ਨੂੰ ਮਾਰਦੀ ਜਾਂਦੀ ਹੈ। ਕਾਲੀ ਓ ਚੰਡ ਕੁਵੰਡ ਸੰਭਾਰ ਕੇ ਦੈਤ ਸੋ ਜੁਧ ਨਿਸੰਗ ਸਜਿਓ ਹੈ। ਕਾਲੀ ਅਤੇ ਚੰਡੀ ਨੇ ਧਨੁਸ਼ ਧਾਰਨ ਕਰਕੇ ਦੈਤ ਨਾਲ ਨਿਸੰਗ ਯੁੱਧ ਮਚਾਇਆ। ਮਾਰ ਮਹਾਂ ਰਨ ਮੱਧ ਪਈ ਪਹਿਰੇਕ ਲਓ ਸਾਰ ਸੋ ਸਾਰ ਬਜਿਓ ਹੈ। ਯੁੱਧ ਵਿੱਚ ਬਹੁਤ ਮਾਰੋ ਮਾਰ ਹੋਈ। ਇੱਕ ਪਹਿਰ ਤੱਕ ਲੋਹੇ ਨਾਲ ਲੋਹਾ ਖੜਕਿਆ। ਸ਼੍ਰੋਣਤ ਬਿੰਦ ਗਿਰਿਓ ਧਰਨੀ ਪਰ ਇਉਂ ਅਸ ਸੋ ਅਰ ਸੀਸ ਭਜਿਓ ਹੈ। ਰਕਤ ਬੀਜ ਧਰਤੀ ਉੱਤੇ ਡਿੱਗ ਪਿਆ ਅਤੇ ਤਲਵਾਰ ਨਾਲ ਵੈਰੀ ਦੈਂਤ ਦਾ ਸਿਰ ਕੱਟਿਆ ਗਿਆ। ਮਾਨੋ ਅਤੀਤ ਕਰਿਓ ਚਿੱਤ ਕੇ ਧਨਵੰਤ ਸਭੇ ਨਿਜ ਮਾਲ ਤਜਿਓ ਹੈ। ਮਾਨੋ ਧਨਵਾਨ ਨੇ ਚਿੱਤ ਨੂੰ ਵੈਰਾਗੀ ਕਰਕੇ ਸਾਰਾ ਮਾਲ ਧਨ ਤਿਆਗ ਦਿੱਤਾ ਹੋਵੇ। ਸੋਰਠਾ ਚੰਡੀ ਦਇਓ ਬਿਦਾਰ ਸ਼੍ਰਵਣ ਪਾਨ ਕਾਲੀ ਕਰਿਓ। ਚੰਡੀ ਨੇ ਰਕਤ ਬੀਜ ਨੂੰ ਪਾੜ ਦਿੱਤਾ ਹੈ ਅਤੇ ਕਾਲੀ ਨੇ ਲਹੂ ਪੀਤਾ ਹੈ। ਛਿਨ ਮੇ ਡਾਰਿਓ ਮਾਰ ਸ਼੍ਰੋਣਤ ਬਿੰਦ ਦਾਨਵ ਮਹਾਂ। ਇਸ ਤਰ੍ਹਾਂ ਦੋਹਾਂ ਨੇ ਮਿਲ ਕੇ ਵੱਡੇ ਦੈਂਤ ਰਕਤ ਬੀਜ ਨੂੰ ਛਿਣ ਭਰ ਵਿੱਚ ਮਾਰ ਸੁੱਟਿਆ ਹੈ। ਇੱਥੇ ਸ਼੍ਰੀ ਮਾਰਕੰਡੇ ਪੁਰਾਣੇ ਸ਼੍ਰੀ ਚੰਡੀ ਚਰਿਤ੍ਰ ਉਕਤ ਬਿਲਾਸ ਰਕਤ ਬੀਜ ਬਦਹੀ ਨਾਮ ਪੰਚਮੋਂ ਧਿਆਈ ਸਮਾਪਤ ਸਤ ਸੁਭਮ ਸਤ। ਇੱਥੇ ਸ਼੍ਰੀ ਮਾਰਕੰਡੇ ਪੁਰਾਣ ਦੇ ਚੰਡੀ ਚਰਿਤ੍ਰ ਉਕਤ ਬਿਲਾਸ ਪ੍ਰਸੰਗ ਦੇ ਰਕਤ ਬੀਜ ਬਦ ਨਾਂ ਵਾਲਾ 5ਵਾਂ ਅਧਿਆਇ ਸਮਾਪਤ ਹੋਇਆ। ਸਭ ਸ਼ੁਭ ਹੈ।